ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਟੀਵੀ ਸ਼ੋ ਜਿਸ ਵਿੱਚ ਆਪਾਂ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਹਾਂ ਤੁਹਾਡੀ ਵੀਜ਼ਾ ਦੇ ਰਿਗਾਰਡਿੰਗ, ਜਿਹੜੀ ਕੰਟਰੀ ਤੁਸੀਂ ਐਲੀਜੀਬਲ ਹੋ, ਕਿਹੜੀ ਕੰਟਰੀ ਜਾਣਾ ਚਾਹੁੰਦੇ ਹੋ, ਉਸੇ ਲਈ ਤੁਹਾਡੀ ਜਿਹੜੀ ਹੈ ਗੱਲਬਾਤ ਅਸੀਂ ਵੱਖ-ਵੱਖ ਕੰਸਰਨ ਦੇ ਕਰਵਾਉਂਦੇ ਹਾਂ। ਅੱਜ ਸਾਡੇ ਨਾਲ ਬੈਠੇ ਨੇ ਸਾਈ ਓਵਰਸੀਜ਼ ਦੇ ਮੈਨੇਜਿੰਗ ਡਾਇਰੈਕਟਰ ਬਲਜਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਉਸ ਤੋਂ ਬਾਅਦ ਜਿਹੜੀ ਅਗਲੀ ਗੱਲਬਾਤ ਸ਼ੁਰੂ ਕਰਾਂਗੇ। ਅੱਜ ਕਿਹੜੀ ਕੰਟਰੀ ਲਈ ਡਿਸਕਸ਼ਨ ਕਰਨੀ ਹੈ, ਕੀ ਅੱਜ ਗੱਲਾਂ ਬਾਤਾਂ ਹੋਣੀਆਂ। ਸਰ ਸਵਾਗਤ ਹੈ ਜੀ, ਬਹੁਤ-ਬਹੁਤ ਥੈਂਕ ਯੂ ਸਰ। ਪ੍ਰੋਗਰਾਮ ਦੇਖ ਰਹੇ ਸਾਰੇ ਵੀਵਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਈ ਹੋਪ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਜੀ। ਸਾਈ ਓਵਰਸੀਜ਼ ਦਾ ਜਿਹੜਾ ਮਤਲਬ ਹੈ ਉਹ ਇਹੀ ਹੈ ਕਿ ਤੁਹਾਡੇ ਬੱਚਿਆਂ ਨੂੰ ਸੈਟਲਡ ਕਰਨਾ। ਜੇ ਅਗਰ ਕਿਸੇ ਨੇ ਪੀਆਰ ਤੇ ਜਾਣਾ ਹੈ, ਕਿਸੇ ਵੀ ਕੰਟਰੀ 'ਚ ਵੀਜ਼ਾ ਅਪਲਾਈ ਕਰਨਾ ਹੈ, ਯੂਕੇ ਦੀ ਗੱਲ ਕਰਾਂਗੇ, ਕੈਨੇਡਾ ਦੀ ਗੱਲ ਕਰਾਂਗੇ, ਆਸਟ੍ਰੇਲੀਆ ਦੀ ਗੱਲ ਕਰਾਂਗੇ, ਸਿੱਧਾ ਮਤਲਬ ਹੈ ਕਿ ਤੁਹਾਨੂੰ ਅੱਛੀ ਸਰਵਿਸ ਦੇਣਾ। ਔਰ ਸਾਈ ਓਵਰਸੀਜ਼ ਦਾ ਨਾਮ ਹੈ ਉਹ ਤੁਹਾਡੇ ਭਰੋਸੇ ਦੇ ਕਰਕੇ ਹੀ ਬਣਿਆ ਹੈ। ਜਿਹੜਾ ਤੁਸੀਂ ਇੰਨਾ ਪਿਆਰ ਦਿੰਦੇ ਹੋ, ਇੰਨਾ ਜਿਹੜਾ ਤੁਸੀਂ ਭਰੋਸਾ ਕਰਦੇ ਹੋ, ਉਹਦੇ ਲਈ ਹੀ ਸਾਈ ਓਵਰਸੀਜ਼ ਜਾਣਿਆ ਜਾਂਦਾ ਹੈ। ਸਰ ਸਭ ਤੋਂ ਪਹਿਲੇ ਮੈਂ ਜਾਣਨਾ ਚਾਹਾਂਗਾ, ਆਪਾਂ ਗੱਲ ਕਰਨੀ ਹੈ ਯੂਕੇ ਦੀ, ਕਿਉਂਕਿ ਬਹੁਤ ਸਾਰੇ ਕਨਫਿਊਜ਼ਨਾਂ ਹੁੰਦੀਆਂ ਨੇ ਐਜੂਕੇਸ਼ਨ ਨੂੰ ਲੈ ਕੇ ਕਿ ਚਲੋ ਗੈਪ ਹੈਗਾ, ਅਦਰ ਕੰਟਰੀ ਨਹੀਂ ਜਾ ਸਕਦਾ, ਯੂਕੇ ਜਾ ਸਕਦਾ ਹੈ। ਤਾਂ ਯੂਕੇ ਦਾ ਕਿਹੜਾ ਇਨਟੇਕ ਅੱਜ ਦੀ ਡੇਟ 'ਚ ਅਵੇਲੇਬਲ ਹੈ ਬੱਚਿਆਂ ਲਈ? ਬਿਲਕੁਲ ਸਰ, ਦੇਖੋ ਹੁਣ ਇਹ ਚੀਜ਼ ਬਿਲਕੁਲ ਨਹੀਂ ਹੈ ਕਿ ਅਗਰ ਤੁਸੀਂ ਕਹੋ ਕਿ ਅगर ਕਿਸੇ ਕੰਟਰੀ नहीं हो सकता दैन बच्चा यूके जा सकता है, क्योंकि यूके एक बहुत अच्छी ऑप्शन है ਬੱਚਿਆਂ ਵਾਸਤੇ। ਉਹ ਬਹੁਤ ਅੱਛਾ ਪਲੇਟਫਾਰਮ ਹੈ। ਜਿਹੜੇ ਬੱਚੇ ਆਸਟ੍ਰੇਲੀਆ ਕੈਨੇਡਾ ਅਪਲਾਈ ਕਰ ਰਹੇ ਨੇ, ਇੰਨੇ ਹੀ ਮੈਂ ਕਹਾਂਗਾ ਕਿ ਬੱਚਿਆਂ ਦਾ ਇੰਟਰਸਟ ਜਿਹੜਾ ਹੈਗਾ, ਫੋਕਸ ਹੈ ਉਹ ਯੂਕੇ ਨੂੰ ਲੈ ਕੇ ਹੈ। ਸੋ ਅੱਜ ਦੀ ਡੇਟ ਵਿੱਚ ਉਹ ਨਹੀਂ ਹੈ ਕਿ ਪਹਿਲੇ ਸੀ। ਮੈਂ ਜ਼ਰੂਰ ਤੁਹਾਡੀ ਗੱਲ ਨਾਲ ਐਗਰੀ ਕਰਦਾ। ਅਗਰ ਤੁਸੀਂ ਇਹ 3-4 ਸਾਲ ਪਹਿਲੇ ਮੈਨੂੰ ਗੱਲ ਕਰਦੇ, ਕਿਉਂਕਿ 2021 ਜੋ ਬੋਰੀ ਜੌਨਸਨ ਨੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੇ ਅਨਾਉਂਸਮੈਂਟ ਕੀਤੀ ਹੈ ਕਿ ਹੁਣ ਪੀਆਰ ਦੇ ਪੁਆਇੰਟ ਬੇਸ ਸਿਸਟਮ ਹੈ। ਸੋ ਹੁਣ ਉਹ ਬੱਚਿਆਂ ਨੂੰ ਇਹ ਪ੍ਰੋਬਲਮ ਨਹੀਂ ਹੈ ਕਿ ਅਗਰ ਆਫਟਰ ਸਟੱਡੀ ਸਾਨੂੰ ਵਾਪਸ ਆਉਣਾ ਪਏਗਾ। ਸੋ ਹੁਣ ਸਟੱਡੀ ਕੰਪਲੀਟ ਕਰਨ ਤੋਂ ਬਾਅਦ 2 ਸਾਲ ਦਾ ਵਰਕ ਪਰਮਿਟ ਦਾ PSW ਬਿਲਕੁਲ, ਔਰ ਉਸ ਤੋਂ ਬਾਅਦ ਬੱਚਿਆਂ ਕੋਲ ਆਪਸ਼ਨ ਹੈ ਕਿ ਉਹ ਆਪਣੇ ਪੀਆਰ ਦਾ ਵੀ ਸਕੋਪ ਉੱਥੇ ਪੁਆਇੰਟਸ ਪੂਰੇ ਕਰਕੇ 70 ਪੁਆਇੰਟਸ ਉਹ ਆਪਣੀ ਪੀਆਰ ਅਚੀਵ ਕਰ ਸਕਦੇ ਆ। ਸੋ ਫਸਟ ਆਫ ਆਲ ਮੈਂ ਗੱਲ ਕਰ ਰਿਹਾ ਕਿ ਯੂਕੇ ਦੀ ਅਕੈਡਮਿਕ ਕੁਆਲੀਫਿਕੇਸ਼ਨ ਦੇ ਵਿੱਚ ਅਗਰ, ਕਿਉਂਕਿ ਮੈਂ ਉਹ ਆਪਸ਼ਨ ਦੇਣ ਜਾ ਰਿਹਾ ਜੋ ਪੰਜਾਬ ਦੇ ਵਿੱਚ ਆਈ ਥਿੰਕ ਬਹੁਤ ਰੇਅਰ ਕੋਈ ਕੰਸਲਟੈਂਟ ਹੋਏਗਾ ਜਿਹੜਾ ਕਿ ਬੱਚਿਆਂ ਨੂੰ ਇਹ ਆਪਸ਼ਨ ਦੇ ਰਿਹਾ ਹੋਏਗਾ ਕਿ ਅਗਰ ਤੁਹਾਡਾ ਅਕੈਡਮਿਕ ਕੁਆਲੀਫਿਕੇਸ਼ਨ ਦੇ ਚਾਹੇ ਤੁਸੀਂ +2 ਹੋ ਚਾਹੇ ਗ੍ਰੈਜੂਏਟ ਹੋ, ਅਗਰ ਤੁਹਾਡਾ 4-5-6 ਸਾਲ ਦਾ ਵੀ ਗੈਪ ਹੈ +2 ਤੋਂ ਬਾਅਦ, ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ, ਕਿਉਂਕਿ ਗ੍ਰੈਜੂਏਸ਼ਨ ਤੋਂ ਬਾਅਦ ਤੇ ਹਰ ਕੰਸਲਟੈਂਟ ਕਹਿੰਦਾ ਕਿ ਅਗਰ 5-6 ਸਾਲ ਦਾ ਗੈਪ ਹੈ ਕੋਈ ਪ੍ਰੋਬਲਮ ਨਹੀਂ ਹੈ, ਤਾਂ ਤੁਹਾਡਾ ਡੈਫੀਨਿਟਲੀ ਤੁਸੀਂ ਅਪਲਾਈ ਕਰੋ, ਤੁਹਾਡਾ ਕੈਸ਼ ਲੈਟਰ ਆਏਗਾ, ਤੁਹਾਡਾ ਵੀਜ਼ਾ ਵੀ ਜ਼ਰੂਰ ਆਏਗਾ। ਲੇਕਿਨ ਮੈਂ ਉਹ ਬੱਚਿਆਂ ਨੂੰ ਆਪਸ਼ਨ ਦੇਣ ਜਾ ਰਿਹਾ ਜਿਹਨਾਂ ਦਾ +2 ਤੋਂ ਬਾਅਦ 4-5 ਸਾਲ ਦਾ ਗੈਪ ਹੈ। ਲੇਕਿਨ ਟਰਮਸ ਐਂਡ ਕੰਡੀਸ਼ਨ ਸ਼ਰਤ ਸਿਰਫ ਔਰ ਸਿਰਫ ਇੱਕ ਹੈ ਕਿ ਉਹ ਬੱਚਿਆਂ ਦੇ 6 ਬੈਂਡ ਨੋ ਲੈਸ ਦੈਨ 5.5 ਬੈਂਡ ਮੈਂਡੇਟਰੀ ਹੈ। ਅਗਰ ਤੁਹਾਡੇ 6 ਬੈਂਡ ਨੇ ਓਵਰਆਲ, ਨੋ ਲੈਸ ਦੈਨ 5.5 ਬੈਂਡ ਹੈ, ਤੁਹਾਡੀ +2 ਕੁਆਲੀਫਿਕੇਸ਼ਨ ਹੈ, ਗੈਪ 4-5 ਸਾਲ ਦਾ, ਤੁਹਾਨੂੰ ਡੈਫੀਨਿਟਲੀ ਮੈਂ ਵੀਜ਼ਾ ਲੈ ਕੇ ਦਾਂਗਾ। ਅਗਰ ਕਿਸੇ ਬੱਚੇ ਨੂੰ ਡਾਊਟ ਹੈ ਜਾਂ ਤੁਹਾਨੂੰ ਲੱਗ ਰਿਹਾ ਕਿ ਨਹੀਂ ਇੱਦਾਂ ਦੀ ਪ੍ਰੋਫਾਈਲ ਦੇ ਨਾਲ ਕਿਤੇ ਮੇਰੀ ਪ੍ਰੋਫਾਈਲ ਦੇ ਨਾਲ ਐਕਸਪੈਰੀਮੈਂਟ ਨਾ ਹੋਵੇ, ਤੇ ਤੁਹਾਨੂੰ ਮੈਂ ਇਹ ਆਪਸ਼ਨ ਦਵਾਂਗਾ ਕਿ ਤੁਸੀਂ ਪੇ ਆਫਟਰ ਵੀਜ਼ਾ, ਤੁਸੀਂ ਸਾਰੀ ਪੇਮੈਂਟ ਆਫਟਰ ਗੈਟਿੰਗ ਵੀਜ਼ਾ ਹੀ ਪੇ ਕਰਨੀ ਹੈ। ਈਵਨ ਤੁਸੀਂ ਆਪਣਾ NHS ਅੰਬੈਸੀ ਫੀਸ ਤੱਕ ਵੀ ਤੁਸੀਂ ਸਾਈ ਓਵਰਸੀਜ਼ ਨੂੰ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੋ। ਸੋ ਇੰਨੀ ਅੱਛੀ ਗੋਲਡਨ ਅਪਰਚੂਨਿਟੀ ਮੈਨੂੰ ਲੱਗਦਾ ਤੁਹਾਨੂੰ ਕਿਤੋਂ ਨਹੀਂ ਮਿਲੇਗੀ। ਔਰ ਉਸ ਤੋਂ ਬਾਅਦ ਜਿਹੜੇ ਬੱਚੇ ਗ੍ਰੈਜੂਏਟ ਨੇ, ਅਗਰ ਤੁਸੀਂ ਉਹ ਬੱਚਾ ਜਿਹੜਾ ਮੇਰਾ ਪ੍ਰੋਗਰਾਮ ਦੇਖ ਰਿਹਾ ਜਿਹੜਾ ਕਿ ਅੱਗੋਂ ਮਾਸਟਰ ਵਾਸਤੇ ਸਿੰਗਲ ਜਾਂ ਸਪਾਊਸ ਅਪਲਾਈ ਕਰਨਾ ਚਾਹ ਰਹੇ ਜਾਂ ਵਿਦ ਚਾਈਲਡ ਵਿਦ ਕਿਡਸ ਅਪਲਾਈ ਕਰਨਾ ਚਾਹ ਰਹੇ ਹੋ, ਡੈਫੀਨੇਟਲੀ ਤੁਸੀਂ ਅਪਲਾਈ ਕਰ ਸਕਦੇ ਹੋ। ਔਰ ਸਾਈ ਓਵਰਸੀਜ਼ ਕੰਪਨੀ ਉਹ ਕੰਪਨੀ ਜਾਣਿਆ ਜਾਂਦਾ ਇਸ ਚੀਜ਼ ਤੋਂ ਕਿ ਹਮੇਸ਼ਾ ਇਹ ਵੀਜ਼ਾ ਲੈ ਕੇ ਦਿੰਦੇ ਆ। ਬਲੀਵ ਮੀ, ਮੈਂ ਸਰ ਕਿ ਬਹੁਤ ਦੂਰੋਂ ਬੱਚੇ ਆਉਂਦੇ ਨੇ, ਈਵਨ ਦਿੱਲੀ ਤੱਕ ਵੀ ਬੱਚੇ ਮੇਰੇ ਤੋਂ ਅਪਰੋਚ ਕਰਦੇ ਨੇ, ਕਹਿੰਦੇ ਕਿ ਤੁਹਾਡਾ ਨਾਮ ਸੁਣਿਆ ਸਰ ਕਿ ਯੂਕੇ ਦੇ ਵਿੱਚ ਅਗਰ ਵੀਜ਼ਾ ਅਪਲਾਈ ਕਰਨਾ ਤੇ 100% ਅਗਰ ਵੀਜ਼ਾ ਲੈਣਾ ਤੇ ਚੁੱਪਚਾਪ ਸਾਈ ਓਵਰਸੀਜ਼ ਚਲੇ ਜਾਓ। ਅਗਰ ਤੁਹਾਡੀ ਫਾਈਲ ਉਹਨਾਂ ਨੇ ਐਕਸੈਪਟ ਕਰ ਲਈ ਤਾਂ 110% ਤੁਹਾਡਾ ਵੀਜ਼ਾ ਜ਼ਰੂਰ ਆਏਗਾ। ਇਹ ਰਿਐਲਿਟੀ ਹੈ, ਕਿਉਂਕਿ ਮੈਂ ਪ੍ਰੋਫਾਈਲ ਦੇਖ ਕੇ ਐਕਸੈਪਟ ਕਰਦਾ, ਕਿਉਂਕਿ ਆਪਣੇ ਕਾਉਂਸਲਰਸ ਨੂੰ ਪ੍ਰੋਪਰਲੀ ਇਹ ਚੀਜ਼ ਸਟ੍ਰਿਕਟਲੀ ਕਹੀ ਹੋਈ ਹੈ, ਇਨਫੋਰਮ ਕੀਤਾ ਹੋਇਆ ਇਸ ਚੀਜ਼ ਦਾ। ਈਵਨ ਆਰਡਰਸ ਹੈ ਕਿ ਤੁਸੀਂ ਉਹੀ ਪ੍ਰੋਫਾਈਲ ਪਕੜਨੀ ਹੈ ਜਿਹੜੀ ਪ੍ਰੋਫਾਈਲ ਦਾ ਸਾਨੂੰ ਪਤਾ ਕਿ ਵੀਜ਼ਾ ਆਣਾ ਹੈ। ਐਕਸਪੈਰੀਮੈਂਟ ਨਾਮ ਦਾ ਕੋਈ ਵਰਡ ਨਹੀਂ ਹੈ ਸਾਡੀ ਲਾਈਨ ਦੇ ਵਿੱਚ, ਸਾਡੇ ਸਾਈ ਓਵਰਸੀਜ਼। ਦੈਟਸ ਵਾਈ ਕਿ ਅੱਜ ਤੁਸੀਂ ਸ਼ੂਟ ਕਰ ਰਹੇ ਹੋ, ਹਮੇਸ਼ਾ ਤੁਹਾਡੀ ਜਗ੍ਹਾ ਜਦੋਂ ਰਮਨ ਮੈਮ ਕਰਦੇ ਤਾਂ ਹਮੇਸ਼ਾ ਮੈਨੂੰ ਕੁਐਸਚਨ ਪੁੱਟ ਕਰਦੇ ਆ ਕਿ ਸਰ ਇਸ ਇਨਟੇਕ ਦੇ ਵਿੱਚ ਤੁਹਾਡਾ ਸਕਸੈਸ ਰੇਟ ਕੀ ਸੀਗਾ। ਡੈਫੀਨਿਟਲੀ। ਸੋ ਮੈਂ ਕਹਿ ਰਿਹਾ ਕਿ ਪਿਛਲੇ 2021 ਤੋਂ ਬਾਅਦ ਇੱਕ ਸਿੰਗਲ ਵੀਜ਼ਾ ਰਿਫਿਊਜ਼ ਨਹੀਂ ਹੈ। ਬਹੁਤ ਸਾਰੇ ਕੰਸਲਟੈਂਟਸ ਕਹਿੰਦੇ ਆ, ਮੈਨੂੰ ਕਈ ਵਾਰੀ ਸੁਣ ਕੇ ਹੁੰਦਾ ਵੀ ਹੈ 100% ਇਹ ਲਾਈਨ ਸਾਡੀ ਰਿਪੀਟ ਕਰਦੇ ਕਿ ਸਾਡਾ ਇੱਕ ਵੀ ਵੀਜ਼ਾ ਰਿਫਿਊਜ਼ ਨਹੀਂ ਹੋਇਆ। ਲੇਕਿਨ ਮੈਂ ਅੱਜ ਦੱਸਣਾ ਚਾਹਾਂਗਾ ਬਾਏ ਪੇਪਰ ਡੈਫੀਨੇਟਲੀ ਕਿ ਬਾਕੀ ਜਿਹੜੇ ਕਹਿੰਦੇ ਨੇ ਉਹਨਾਂ ਦੇ ਫਾਈਲ ਸਰ ਇੱਕ ਜੀ ਲਗਾਈਆਂ ਹੁੰਦੀਆਂ 4 ਜਾਂ 5 ਜੀ। ਹੁਣ 4-5 ਵਿੱਚ ਕੀ ਰਿਫਿਊਜ਼ ਹੋਣਾ ਹੈ? ਬਿਲਕੁਲ 4-5 ਆ ਜਾਣੇ ਵੀਜ਼ਾ। ਹਾਂ, ਉਹ 4-5 ਤੇ ਚਲੋ ਆਈ ਜਾਂਦੇ। ਜਿਹੜੇ ਕੰਸਲਟੈਂਟ ਨੇ 400-500 ਵੀਜ਼ਾ ਲਗਵਾਇਆ ਹੋਵੇ, ਇਹ ਦੇਖੋ ਮੈਂ ਤੁਹਾਨੂੰ 400-500 ਇੱਥੇ ਨਹੀਂ ਦਿਖਾ ਸਕਦਾ, ਲੇਕਿਨ ਤੁਸੀਂ ਮੇਰੇ ਪੇਜ ਤੇ ਜਾ ਕੇ ਇੰਸਟਾਗ੍ਰਾਮ ਤੇ, ਫੇਸਬੁੱਕ ਤੇ, YouTube ਤੇ ਮੇਰੇ ਵੀਜ਼ਾ ਦੇਖ ਸਕਦੇ ਹੋ ਕਿ 500+ ਵੀਜ਼ਾ ਮੈਂ 2021 ਤੋਂ ਲੈ ਕੇ ਹੁਣ ਤੱਕ, ਅਗਰ ਮੈਂ ਤੁਸੀਂ ਓਵਰਆਲ ਗੱਲ ਕਰੋ ਤੇ ਹਜ਼ਾਰਾਂ ਵੀਜ਼ੇ ਅਸੀਂ ਲਗਵਾ ਚੁੱਕੇ ਹਾਂ। ਮਤਲਬ ਬੱਚੇ ਭੇਜ ਚੁੱਕੇ ਹੋ। ਮੈਂ ਇਹ ਗੱਲ ਕਰ ਰਿਹਾ ਬਿਲਕੁਲ ਕਿ 2021 ਤੋਂ ਲੈ ਕੇ ਹੁਣ
2022 ਤੱਕ ਅਸੀਂ 500 ਤੋਂ ਜ਼ਿਆਦਾ ਯੂਕੇ ਦਾ ਵੀਜ਼ਾ ਅਪਰੂਵ ਕਰਵਾ ਚੁੱਕੇ ਹਾਂ ਔਰ ਇੱਕ ਸਿੰਗਲ ਵੀ ਰਿਫਿਊਜ਼ਲ ਨਹੀਂ ਹੈ। ਸੋ ਇਹ ਬਹੁਤ ਵੱਡੀ ਗੱਲ ਹੈ ਕਿ ਬਾਕੀ ਕੰਸਟੈਂਟਸ ਸੇ ਔਰ ਸਾਡੇ ਵਿੱਚ ਫਰਕ ਕੀ ਹੈ ਕਿ ਉਹ 4-5 ਵੀਜ਼ੇ ਦੇ ਪਿੱਛੇ ਕਹਿਣਗੇ ਸਾਡਾ 100% ਸਕਸੈਸ ਰੇਟ ਹੈ, ਮੈਂ 500 ਫਾਈਲ ਦੇ ਪਿੱਛੇ ਕਹਿ ਰਿਹਾ ਕਿ ਇੱਕ ਸਿੰਗਲ ਵੀਜ਼ਾ ਰਿਫਿਊਜ਼ ਨਹੀਂ ਹੈ। ਦੇਖੋ ਅਗਰ ਮੇਰੇ ਕੈਬਿਨ ਦੇ ਵਿੱਚ ਕੋਈ ਕਲਾਇੰਟ ਹੈ ਤੇ ਮੈਂ ਬੜੇ ਆਰਾਮ ਨਾਲ ਕਹਿ ਸਕਦਾ ਸਰ ਮੇਰੇ 500 ਵੀਜ਼ਾ ਆਏ ਨੇ, ਕੋਈ ਰਿਫਿਊਜ਼ਲ ਨਹੀਂ, ਕਿਉਂਕਿ ਕੋਈ ਥਰਡ ਪਰਸਨ ਸੁਣ ਨਹੀਂ ਰਿਹਾ। ਬਿਲਕੁਲ ਹੁਣ ਇਹ ਪ੍ਰੋਗਰਾਮ ਇਸ ਪਲੇਟਫਾਰਮ ਦੇ ਰਾਹੀਂ ਜੇ ਤੁਸੀਂ ਏਡੀ ਵੱਡੀ ਗੱਲ ਕਹਿ ਰਹੇ ਹੋ ਤਾਂ ਇਹ ਬਹੁਤ ਵੱਡੀ ਗੱਲ ਹੈ। ਦੇਖੋ ਕਿ ਇੱਕ ਲਾਈਵ ਟੀਵੀ ਦੇ ਚੱਲਣਾ ਔਰ ਇੰਨੇ ਜ਼ਿਆਦਾ ਵਿਊਅਰਸ ਨੇ ਦੇਖਣਾ ਪ੍ਰੋਗਰਾਮ, ਬਹੁਤ ਹਰ ਇੱਕ ਸਟੇਟ ਦੇ ਵਿੱਚ ਕਾਫੀ ਸਟੇਟਸ ਵਿੱਚ ਤੁਹਾਡਾ ਜਾ ਰਿਹਾ, ਪੂਰੇ ਪੰਜਾਬ ਦੇ ਵਿੱਚ ਹੋ ਗਏ, ਇਵਨ ਹਰਿਆਣਾ, ਦਿੱਲੀ ਤੱਕ, ਹਿਮਾਚਲ ਤੱਕ ਤੁਹਾਡਾ ਇਹ ਲਾਈਵ ਜਾਏਗਾ। ਸੋ ਉੱਥੋਂ ਦੇ ਬੱਚੇ ਵੀ ਜਿਹੜੇ ਮੇਰੇ ਕੋਲ ਅਪਲਾਈ ਕਰਦੇ ਨੇ, ਉਹ ਬੱਚੇ ਕੋਈ ਵੀ ਇੱਕ ਸਿੰਗਲ ਬੱਚਾ ਨਹੀਂ ਆਏਗਾ ਕਿ ਸਰ ਤੁਸੀਂ ਗਲਤ ਕਮਿਟਮੈਂਟ ਕੀਤੀ ਹੈ ਟੀਵੀ ਤੇ। ਬਿਲਕੁਲ ਹਰ ਬੰਦਾ ਐਗਰੀ ਕਰਦਾ ਕਿ ਵਾਕਿਆ ਹੀ ਕਿ ਜੋ ਕਿਹਾ ਸਰ ਉਹ ਕਰਕੇ ਦਿਖਾਇਆ ਤੁਹਾਡੀ ਕੰਪਨੀ ਨੇ। ਦੇਖੋ ਸਭ ਤੋਂ ਪਹਿਲੇ ਆਪਾਂ ਜਦੋਂ ਸ਼ੋਅ ਕਰਦੇ ਸ਼ੁਰੂ ਕਰਦੇ ਹਾਂ ਤਾਂ ਆਪਾਂ ਗੱਲ ਇਹੀ ਕਰੀ ਦੀ ਹੁੰਦੀ ਹੈ ਕਿ ਸਕਸੈਸ ਰੇਟ ਕੀ ਹੈ, ਲੇਕਿਨ ਇਸ ਮੰਚ ਦੇ ਰਾਹੀਂ ਤੁਹਾਨੂੰ ਇਹ ਦੱਸ ਰਹੇ ਹਾਂ ਬਲਜਿੰਦਰ ਸਰ ਕਿ ਸਕਸੈਸ ਰੇਟ ਜਿਹੜਾ ਜਿਹਾ ਉਹ 100% ਹੈ, ਇੱਕ ਵੀ ਰਿਫਿਊਜ਼ਲ ਨਹੀਂ ਹੈ। ਲੇਕਿਨ ਗੱਲ ਇਹ ਆਉਂਦੀ ਕਿ ਜਿਹੜਾ ਸਕਸੈਸ ਰੇਟ ਲੋਕੀ ਹੋਰ ਦੱਸਦੇ ਨੇ, ਉਹ ਇਹ ਦੱਸਦੇ ਨੇ ਕਿ ਉਹਨਾਂ ਨੇ 5-10 ਫਾਈਲਾਂ ਅਪਲਾਈ ਕੀਤੀਆਂ ਹੁੰਦੀਆਂ ਨੇ, 5-10 ਫਾਈਲਾਂ ਉਹ ਵੀ ਹੁੰਦੀਆਂ ਜਿਹੜੀਆਂ ਕਰੀਮ ਹੁੰਦੀਆਂ, ਉਹਨਾਂ ਨੂੰ ਪਤਾ ਕਿ ਵੀਜ਼ਾ ਆ ਜਾਣਾ, ਉਹ ਆਪਣੇ ਆਪ ਨੂੰ ਸਕਸੈਸ ਰੇਟ 100% ਕਹਿੰਦੇ ਨੇ। ਲੇਕਿਨ ਇੱਥੇ ਜਿਹੜੀ ਹੈ ਸਾਈ ਓਵਰਸੀਜ਼ ਦੇ ਵਿੱਚ ਜਿਹੜੀ ਪ੍ਰੋਫਾਈਲ ਐਂਟਰ ਹੋਗੀ, ਮਤਲਬ ਕਿ ਤੁਸੀਂ ਤੁਹਾਡਾ ਜਿਹੜਾ ਵੀਜ਼ਾ ਹੈ ਉਹ ਤਾਂ ਹੀ ਇਹ ਫਾਈਲ ਲੈਣਗੇ ਜਦ ਤੁਹਾਡਾ ਵੀਜ਼ਾ ਆਉਣ ਦੇ ਚਾਂਸਸ ਹੋਣਗੇ, ਵੀਜ਼ਾ ਆਏਗਾ ਤਾਂ, ਕਿਉਂਕਿ ਨਾ ਜਿਹੜੀ ਐਕਸਪਰਟ ਟੀਮ ਹੈ ਨਾ ਉਹ ਤੁਹਾਡੀ ਫਾਈਲ ਦੇ ਉੱਪਰ ਇਸ ਤਰੀਕੇ ਨਾਲ ਕੰਮ ਕਰਦੀ ਹੈ ਪਹਿਲੇ ਦਿਨ ਤੋਂ ਲੈ ਕੇ ਐਂਡ ਤੱਕ, ਜਦ ਤੱਕ ਤੁਹਾਡਾ ਜਿਹੜਾ ਵੀਜ਼ਾ ਆ ਨਹੀਂ ਜਾਂਦਾ। 100% ਉਹੀ ਫਾਈਲ ਐਕਸੈਪਟ ਹੁੰਦੀ ਹੈ ਜਿਹਦਾ ਵੀਜ਼ਾ ਆਣਾ ਹੁੰਦਾ ਹੈ। ਔਰ ਜਿਹੜੇ ਇੱਥੇ ਬੱਚੇ ਜਿਹਨਾਂ ਦੇ ਵੀਜ਼ੇ ਆਉਂਦੇ ਨੇ, ਸਾਈ ਓਵਰਸੀਜ਼ ਦਾ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ, ਫੇਸਬੁੱਕ ਤੇ, ਇੰਸਟਾ ਤੇ, YouTube ਤੇ ਜਾ ਕੇ ਦੇਖ ਸਕਦੇ ਹੋ। ਔਰ ਉਹਨਾਂ ਦੀ ਜਿਹੜੀ ਕੰਮ ਕਰਨ ਦੀ ਜਿਹੜੀ ਤਰੀਕਾ ਹੈ, ਔਰ ਕੰਮ ਕਰਨ ਜਿਹੜੇ ਲੋਕ ਬਸ ਸੈਟੀਸਫਾਈ ਹੁੰਦੇ, ਉਹਨਾਂ ਦੀ ਜਿਹੜੀ ਭਾਵਨਾਵਾਂ ਹੁੰਦੀਆਂ ਨੇ ਉਹਨਾਂ ਦੇ ਪੇਰੈਂਟਸ ਦੀਆਂ, ਜਾਂ ਉਹਨਾਂ ਦੇ ਕਿਸੇ ਦੀ ਵਾਈਫ ਜਾ ਰਹੀ ਹੈ ਜਾਂ ਵਾਈਫ ਗਈ ਸੀਗੀ, ਉਹਨੇ ਬਾਅਦ ਚ ਜਾਣਾ ਸੀਗਾ ਸਪੋਜ਼ ਦੀਆਂ, ਉਹ ਜਿਹੜੀਆਂ ਤੁਸੀਂ ਉੱਥੇ ਜਾ ਕੇ ਸਭ ਚੀਜ਼ਾਂ ਦੇਖ ਸਕਦੇ ਹੋ। ਇਹ ਪ੍ਰੈਕਟੀਕਲ ਹੈ। ਇਸੇ ਕਰਕੇ ਜਦੋਂ ਤੁਸੀਂ ਆਣਾ ਹੁੰਦਾ ਹੈ ਨਾ ਤਾਂ ਆਪਣੇ ਡਾਕੂਮੈਂਟ ਜਿਹੜੇ ਆ ਨਾਲ ਲਿਆਇਆ ਕਰੋ। ਔਰ ਸਭ ਤੋਂ ਵੱਡੀ ਗੱਲ, ਜਿਹੜਾ ਨੰਬਰ ਫਲੈਸ਼ ਹੋ ਰਿਹਾ ਇਹਦੀ ਫੋਟੋ ਖਿੱਚ ਲਓ, ਤਾਂ ਕਿ ਬਾਅਦ ਚ ਵੀ ਜੇ ਤੁਸੀਂ ਹੁਣ ਸ਼ੋਅ ਸੁਣ ਵੀ ਰਹੇ ਹੋ ਜਾਂ ਦੇਖ ਵੀ ਰਹੇ ਹੋ ਤਾਂ ਬਾਅਦ ਚ ਤੁਹਾਨੂੰ ਇਸ ਸ਼ੋਅ ਤੋਂ ਬਾਅਦ ਵੀ ਤੁਸੀਂ ਕਾਲ ਕਰ ਸਕਦੇ ਹੋ। ਔਰ ਕਾਲ ਕਰਨ ਦੇ ਲਈ ਹੀ ਨੰਬਰ ਤੁਹਾਨੂੰ ਇਹ ਫਲੈਸ਼ ਕੀਤਾ ਜਾ ਰਿਹਾ। ਸਰ ਮੈਂ ਪੁੱਛਣਾ ਚਾਹਾਂਗਾ ਕਿ ਜਿਹੜੇ ਗੈਪ ਦੀ ਆਪਾਂ ਗੱਲ ਕਰ ਰਹੇ ਸੀ, ਗੈਪ ਦੇ ਨਾਲ ਬਹੁਤ ਸਾਰੀ ਜਿਵੇਂ ਆਪਾਂ ਦੇਖਦੇ ਹਾਂ ਨਰਸਿੰਗ ਵਾਲੇ ਜਿਹੜੇ ਬੱਚੇ ਨੇ, ਉਹ ਕੀ ਕਰਦੇ ਨੇ ਕਿ +2 ਤੋਂ ਬਾਅਦ ਉਹਨਾਂ ਨੇ ਨਰਸਿੰਗ ਕਰ ਲਈ, ਉਸ ਤੋਂ ਬਾਅਦ BSc ਨਰਸਿੰਗ ਕਰ ਲਈ, ਇਨ ਬਿਟਵੀਨ ਉਹ ਕੀ ਕਰਦੇ ਨੇ ਕਿ ਜੌਬ ਕਰਨ ਲੱਗ ਜਾਂਦੇ ਨੇ। ਕੋਈ ਅਗਰ ਇੱਥੇ ਲੋਕਲ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ, ਉਹਨਾਂ ਬੱਚਿਆਂ ਲਈ, ਕਿਉਂਕਿ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਇੰਨੀ ਕੀ ਸੈਲਰੀ ਨਹੀਂ ਹੁੰਦੀ, ਨਰਸਿੰਗ ਵਾਲੇ ਬੱਚੇ ਦੀ ਵੀ ਗੱਲ ਕਰੀਏ ਇੰਨਾ ਪੈਸਾ ਲਾਉਂਦੇ ਨੇ ਕੋਰਸ ਦੇ ਉੱਪਰ, ਉਹਨਾਂ ਬੱਚਿਆਂ ਲਈ ਇੱਕ ਮੈਸੇਜ, ਇੱਕ ਜਿਹੜਾ ਉਹਨਾਂ ਸਵਾਲ ਹੈ ਬੇਸਿਕਲੀ ਕਿ UK ਉਹਨਾਂ ਵਾਸਤੇ ਕਿਹੋ ਜਿਹੀ ਕੰਟਰੀ ਹੈ, ਜਾ ਕੇ ਉੱਥੇ ਉਹਨਾਂ ਨੂੰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ? ਬਹੁਤ ਅੱਛੀ ਆਪਸ਼ਨ ਹੈ ਸਰ, ਕਿਉਂਕਿ ਨਰਸਿੰਗ ਵਾਸਤੇ, ਇੰਜੀਨੀਅਰਸ ਵਾਸਤੇ, IT ਡਿਪਾਰਟਮੈਂਟ ਵਾਸਤੇ, ਦੇਖੋ ਇਹ ਜਿਹੜੇ ਮੈਂ ਕਹਾਂਗਾ ਸਟੂਡੈਂਟਸ ਅਪਲਾਈ ਕਰਦੇ, ਖਾਸ ਕਰਕੇ ਨਰਸਿੰਗ ਦੇ ਜਿਹੜਾ ਤੁਸੀਂ ਕੁਐਸਚਨ ਕਰ ਰਹੇ ਹੋ, ਡੈਫੀਨੇਟਲੀ ਦੇਖੋ ਨਰਸਿੰਗ ਦੇ ਵਿੱਚ ਯਾਰ ਤੁਸੀਂ ਉੱਥੇ ਜਾ ਰਹੇ ਹੋ, ਤੁਹਾਡਾ ਗੈਪ ਹੈ +2 ਤੋਂ ਬਾਅਦ ਤੁਹਾਡਾ 3-4 ਸਾਲ ਦਾ ਗੈਪ ਹੈ, ਉਸ ਤੋਂ ਬਾਅਦ ਤੁਸੀਂ BSc ਨਰਸਿੰਗ ਕੀਤੀ ਹੈ, ਕੋਈ ਪ੍ਰੋਬਲਮ ਨਹੀਂ ਹੈ। ਸੋ ਜੈਨੂਇਨ ਅਗਰ ਤੁਹਾਡੇ ਕੋਲ ਐਕਸਪੀਰੀਅੰਸ ਹੈ, ਸੈਲਰੀ ਤੁਹਾਡੇ ਕੈਸ਼ ਆ ਰਹੀ ਹੈ, ਚਾਹੇ ਤੁਹਾਡੇ ਅਕਾਊਂਟ 'ਚ ਨਹੀਂ ਆ ਰਹੀ, ਕੋਈ ਪ੍ਰੋਬਲਮ ਨਹੀਂ ਹੈ। ਸੋ ਤੁਹਾਡਾ ਪ੍ਰੂਫ ਜੈਨੂਇਨ ਹੋਣਾ ਚਾਹੀਦਾ, ਜਿਹੜਾ ਤੁਸੀਂ ਐਕਸਪੀਰੀਅੰਸ ਸਰਟੀਫਿਕੇਟ ਦੇਣਾ ਉਹ ਜੈਨੂਇਨ ਹੋਣਾ ਚਾਹੀਦਾ। ਬਹੁਤ ਸਾਰੇ ਦਾ ਆਫ ਦਾ ਰਿਕਾਰਡ ਅਸੀਂ ਗੱਲ ਵੀ ਕਰ ਰਹੇ ਸੀ ਸ਼ੂਟ ਤੋਂ ਪਹਿਲੇ ਕਿ ਸਰ ਕਾਫੀ ਜ਼ਿਆਦਾ ਇਸ ਤਰ੍ਹਾਂ ਦੇ ਤੁਹਾਡੇ ਕੋਲ ਅਪਰੋਚ ਕਰਦੇ ਨੇ ਕਿ ਆ ਕੇ ਕਲਾਇੰਟਸ ਕੀ ਸਰ ਅਸੀਂ ਫਾਈਲ ਲਗਵਾਉਣੀ, ਸਾਡਾ ਗੈਪ ਹੈ ਤਾਂ ਅਸੀਂ ਕਿਦੋਂ ਸਰਟੀਫਿਕੇਟ ਬਣਵਾ ਲਈਏ ਜਾਂ ਆਹ ਚੀਜ਼ ਕਰ ਲਈਏ। ਦੇਖੋ ਹਮੇਸ਼ਾ ਇਹ ਚੀਜ਼ ਹੁੰਦੀ ਹੈ ਕਿ ਅਸੀਂ ਬਹੁਤ ਸਾਰੇ ਸ਼ੋਅ ਮੈਂ ਵੀ ਦੇਖਦਾ ਹੁੰਦਾ ਕਈ ਵਾਰੀ ਫ੍ਰੀ ਟਾਈਮ ਦੇ ਵਿੱਚ, ਕਿ ਉਹ ਦੱਸਦੇ ਕਿ 10 ਸਾਲ ਦਾ ਬੈਨ ਲੱਗ ਗਿਆ। ਹੁਣ ਇਹ ਬੈਨ ਕਿਉਂ ਲੱਗਦਾ ਹੈ? ਕਿਉਂਕਿ ਇਸ ਚੀਜ਼ ਤੋਂ ਕਦੀ ਨਹੀਂ ਹੁੰਦਾ ਕਿ ਹਮੇਸ਼ਾ ਕੰਸਲਟੈਂਟਸ ਕਹਿਣਗੇ ਕਿ ਇਹ ਫੰਡਿੰਗ ਕਰਕੇ ਲੱਗਦਾ ਹੈ। ਇਹ ਰਿਐਲਿਟੀ ਨਹੀਂ ਹੈ। ਹਮੇਸ਼ਾ ਫੰਡਿੰਗ ਦਾ ਇੱਕ ਕਸੂਰ ਨਹੀਂ ਹੁੰਦਾ, ਹੋਰ ਵੀ ਫਾਈਲਸ ਵੀ ਤੁਹਾਡੇ ਡਾਕੂਮੈਂਟਸ ਸਕਦੇ ਆ। ਹੁਣ ਫੋਰ ਐਗਜ਼ਾਮਪਲ ਕਿ ਇੱਕ +2 ਵਾਲਾ ਬੱਚਾ ਵਿਦਆਊਟ ਆਇਲਸ ਅਪਲਾਈ ਕਰ ਸਕਦਾ ਹੈ। ਬਹੁਤ ਸਾਰੇ ਕੰਸਲਟੈਂਟਸ ਵੈਰੀ ਫਰੈਂਕਲੀ ਰਿਕੀ ਜੀ ਕੀ ਕਰਦੇ ਆ ਕਿ ਅਗਰ 70% ਇੰਗਲਿਸ਼ ਵਿੱਚ ਨਹੀਂ ਹੈ ਤਾਂ ਥੋੜਾ ਚੇਂਜ ਕਰਕੇ ਸੋ ਸਮਾਰਟ ਵਰਕ ਕਰਦੇ ਆ। ਲੇਕਿਨ ਉਹ ਕਿਤੇ ਨਾ ਕਿਤੇ ਮੈਂ ਮੰਨਦਾ ਇਸ ਚੀਜ਼ ਨੂੰ ਵੀ ਕਿ 10 ਵਿੱਚੋਂ 8 ਫਾਈਲ ਨਿਕਲ ਵੀ ਜਾਂਦੀਆਂ ਨੇ ਰਿਕੀ ਜੀ, ਮਤਲਬ ਇਹ ਇੱਕ ਤਰ੍ਹਾਂ ਦਾ ਰਿਸਕ ਹੈ, ਇੱਕ ਤਰ੍ਹਾਂ ਦਾ ਰਿਸਕ ਹੈ। ਅਗਰ 2 ਫਾਈਲਸ ਪਕੜੀਆਂ ਗਈਆਂ ਤੇ ਉਹਨਾਂ ਦਾ 10 ਸਾਲ ਦਾ ਬੈਨ ਪੱਕਾ ਵੀ ਹੈ। ਸੋ ਸਾਡੇ ਪੰਜਾਬ ਲੇਕਿਨ ਫਸਣ ਦੇ ਚਾਂਸਸ ਨਿਕਲਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ, ਸੋ ਇਹੀ ਰੀਜ਼ਨ ਹੈ ਕਿ ਜਦੋਂ ਉਹ ਨਿਕਲਣ ਵਾਲੀਆਂ ਫਾਈਲ ਸਾਨੂੰ ਦਿਖਾ ਦੇਣਗੇ, ਫਸਣ ਵਾਲੀਆਂ ਕਦੀ ਨਹੀਂ ਦਿਖਾਣਗੇ। ਸੋ ਬੱਚਿਆਂ ਨੂੰ ਇਹ ਲੱਗਦਾ ਕਿ ਠੀਕ ਹੈ ਯਾਰ ਕਿ ਉਹਦੇ ਵਿੱਚ ਕੀ ਹੋਏਗਾ ਕਿ ਉਹਦੇ ਜਿਸ ਤੁਹਾਡਾ ਵੀਜ਼ਾ ਲੱਗਣ ਤੋਂ ਬਾਅਦ ਤੁਹਾਡੇ ਕੋਲ 5 ਲੱਖ ਲਵਾਂਗੇ, ਔਰ ਬੱਚਾ ਵੀ ਸੋਚਦਾ ਯਾਰ ਮੈਨੂੰ ਬਾਕੀ ਸਾਰਿਆਂ ਨੇ ਮਨਾ ਕਰਤਾ, ਸਾਈ ਓਵਰਸੀਜ਼ ਨੇ ਵੀ ਮਨਾ ਕਰਤਾ, ਇਹ ਕੰਸਲਟੈਂਟ ਨੇ ਮੈਨੂੰ ਯੈਸ ਕੀਤਾ, ਲੇਕਿਨ ਮੇਰੀ ਲਾਈਫ ਬਣ ਜਾਏਗੀ, ਕੋਈ ਗੱਲ ਨਹੀਂ ਮੈਂ 5 ਲੱਖ ਦੇ ਰਿਸਕ ਲੈ ਲੈਂਦਾ ਬੱਚਾ। ਲੇਕਿਨ ਉਹਨੂੰ ਇਹ ਦੇਖੋ ਕਿ ਅਗਰ ਕੱਲ ਨੂੰ ਵੀਜ਼ਾ ਤੁਹਾਡਾ ਰਿਫਿਊਜ਼ ਹੁੰਦਾ ਉਸ ਕੰਸਲਟੈਂਟ ਦਾ ਕੋਈ ਲਾਸ ਨਹੀਂ ਹੈ, ਲੇਕਿਨ ਅਗਰ ਵੀਜ਼ਾ ਆ ਜਾਂਦਾ ਤਾਂ ਉਹਨੂੰ ਪ੍ਰੋਫਿਟ ਹੀ ਪ੍ਰੋਫਿਟ ਹੈ। ਸੋ ਜੈਨੂਇਨ ਵੇ ਦੇ ਨਾਲ ਫਾਈਲ ਲਗਾਓ। ਹਾਂ ਅਗਰ ਤੁਹਾਡੇ 40% ਮਾਰਕਸ ਹੈ, 45-50% ਮਾਰਕਸ ਹੈ, ਤਦ ਵੀ ਤੁਹਾਡੇ ਕੋਲ ਆਪਸ਼ਨ ਹੈ, ਤੁਸੀਂ UK ਅਪਲਾਈ ਕਰ ਸਕਦੇ ਹੋ। ਲੇਕਿਨ ਥੋੜੇ ਐਫਰਟਸ ਤੁਸੀਂ
ਆਇਲਸ ਕਰ ਲਓ, ਪੀਟੀ ਕਰ ਲਓ, ਤੁਸੀਂ ਇਹ ਕਰਕੇ ਅਗਰ ਆਇਲਸ ਦੇ 6 ਬੈਂਡ ਨੋ ਲੈਸ ਦੈਨ 5.5 ਬੈਂਡ ਵੀ ਅਚੀਵ ਕਰਦੇ ਹੋ ਦੈਨ ਤਾਂ ਵੀ ਤੁਸੀਂ ਆਪਣਾ ਯੂਕੇ ਦਾ 100% ਵੀਜ਼ਾ ਲੈ ਸਕਦੇ ਹੋ। 100% ਮੈਂ ਵਰਡ ਕਿਉਂ ਯੂਜ਼ ਕਰਦਾ, ਦੇਖੋ ਤੁਹਾਡੇ ਬਿਹਾਫ ਤੇ ਅਗਰ ਕੋਈ ਕੰਪਨੀ ਉਹ ਆਪਣਾ ਪੈਸਾ ਇਨਵੈਸਟ ਕਰੇ, ਤੁਹਾਡੇ ਕੋਲ ਪੇ ਆਫਟਰ ਵੀਜ਼ਾ ਲੈ ਰਹੀ ਹੈ, ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਔਰ ਸਾਡੀ ਕੰਪਨੀ ਮਿਹਨਤ ਵੀ ਕਰੇਗੀ ਕਿਉਂਕਿ ਕੰਪਨੀ ਦਾ ਪੈਸਾ ਲੱਗਾ ਬੇਸਿਕਲੀ। ਹਾਂ, ਇਹ ਤਾਂ ਰਿਕ ਜੀ ਮੈਂ ਹਮੇਸ਼ਾ ਹਰ ਆਪਣੇ ਸ਼ੂਟ ਤੇ ਵਰਡਸ ਯੂਜ਼ ਕਰਦਾ ਹੁੰਦਾ ਕਿ ਜਦੋਂ ਤੁਹਾਡੇ ਤੇ ਕੋਈ ਥਰਡ ਪਰਸਨ ਪੈਸਾ ਇਨਵੈਸਟ ਕਰ ਰਿਹਾ ਤਾਂ ਉਹਨੂੰ ਪਤਾ ਹੋਏਗਾ ਕਿ ਮੇਰਾ ਪੈਸਾ ਲੱਗ ਰਿਹਾ, ਠੀਕ ਹੈ ਤੁਹਾਡਾ ਟਾਈਮ ਲੱਗ ਗਿਆ, ਤੁਹਾਡੀ ਡ੍ਰੀਮਸ ਹੈ, ਲੇਕਿਨ ਜਦੋਂ ਪੈਸੇ ਦੀ ਗੱਲ ਆਉਂਦੀ ਹੈ ਤਾਂ ਪੈਸਾ ਹਮੇਸ਼ਾ ਬੰਦਾ ਉੱਥੇ ਹੀ ਇਨਵੈਸਟ ਕਰਦਾ ਜਿੱਥੇ ਉਹਨੂੰ ਪਤਾ ਹੋਵੇ ਕਿ ਮੈਨੂੰ ਪ੍ਰੋਫਿਟ ਹੋਏਗਾ। ਸੋ ਕਦੀ ਵੀ ਉਹ ਤੁਹਾਡੀ ਫਾਈਲਸ ਦੇ ਨਾਲ ਕੋਈ ਗਲਤ ਛੇੜਖਾਨੀ ਨਹੀਂ ਕਰੇਗਾ ਕਿਉਂਕਿ ਅਗਰ ਯੂਕੇ ਦਾ ਵਨ ਟਾਈਮ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਜਾਂ ਬੈਨ ਲੱਗ ਕੇ ਰਿਫਿਊਜ਼ ਹੁੰਦਾ ਤਾਂ ਕਿਸੇ ਹੋਰ ਕੰਟਰੀ ਦਾ ਵੀਜ਼ਾ ਲੈਣਾ ਬਹੁਤ ਹੀ ਜ਼ਿਆਦਾ ਟਫ ਹੈ ਬਿਕੋਜ਼ ਆਫ ਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਅਗਰ ਵੀਜ਼ਾ ਰਿਫਿਊਜ਼ ਹੈ ਤੁਸੀਂ ਉੱਥੇ ਫੀਲ ਕਰੋਗੇ ਕਿ ਮੇਰੇ 320 ਲੱਗੇ ਜਾਂ ਮੇਰੇ ਬੈਨ ਲੱਗਿਆ 10 ਸਾਲ ਦਾ, ਕਿਸ ਰੀਜ਼ਨ ਕਰਕੇ ਲੱਗਿਆ। ਜੋ ਤੁਸੀਂ ਰੀਜ਼ਨ ਐਕਸਪਲੇਨ ਕਰੋਗੇ ਤਾਂ ਕੋਈ ਵੀ ਕੰਟਰੀ ਤੁਹਾਨੂੰ ਵੀਜ਼ਾ ਦੇਣ ਤੋਂ ਪਹਿਲੇ 100 ਵਾਰੀ ਸੋਚੇਗੀ। ਸੋ ਦੈਟਸ ਵਾਈ ਕਿ ਤੁਹਾਨੂੰ ਕੰਸਰਨ ਕਹਿੰਦੇ ਕਿ ਹੁਣ ਤੁਸੀਂ ਆਪਣਾ ਪਾਸਪੋਰਟ ਚੇਂਜ ਕਰਵਾ ਲਓ, ਇਹ ਕਰਾ ਲਓ। ਇਸ ਚੱਕਰਾਂ 'ਚ ਮੈਂ ਕਹਾਂਗਾ ਕਦੀ ਨਾ ਪਾਓ, ਜੈਨੂਇਨ ਵੇ ਦੇ ਨਾਲ ਫਾਈਲ ਲੱਗੋ। ਅਗਰ ਗੈਪ ਹੈ ਚਾਹੇ ਤੁਹਾਡਾ 4-5 ਸਾਲ ਦਾ ਗੈਪ ਹੈ, ਤੁਸੀਂ ਸਾਈ ਓਵਰਸੀਜ਼ ਆਓ, ਡੈਫੀਨਿਟਲੀ ਅਸੀਂ ਤੁਹਾਡਾ ਯੂਕੇ ਜਾਣ ਦਾ ਸੁਪਨਾ ਪੂਰਾ ਕਰਕੇ ਦਿਖਾਵਾਂਗੇ। ਜੀ ਬਿਲਕੁਲ, ਕਿਉਂਕਿ ਜਦੋਂ ਤੁਸੀਂ ਫਾਈਲ ਐਮਬੈਸੀ ਦੇ ਵਿੱਚ ਲਾਉਣੀ ਹੁੰਦੀ ਹੈ, ਕਿਸੇ ਵੀ ਕੰਟਰੀ ਨਾਲ ਲਾਉਣੀ ਹੁੰਦੀ ਹੈ ਤਾਂ ਕਈ ਚੀਜ਼ਾਂ ਜਿਹੜੀਆਂ ਨੇ ਉਹਦੇ 'ਚ ਕੰਮ ਕਰਨ ਵਾਲੀਆਂ ਹੁੰਦੀਆਂ ਨੇ, ਧਿਆਨ ਨਾਲ ਦੇਖਣ ਵਾਲੀਆਂ ਹੁੰਦੀਆਂ ਨੇ। ਕੋਰਸ ਜਿਹੜਾ ਦਿੱਤਾ ਹੁੰਦਾ ਜਾਂ ਗੈਪ ਹੁੰਦਾ ਉਹਨੂੰ ਜਸਟੀਫਾਈ ਕਰਨਾ ਪੈਂਦਾ ਹੈ ਔਰ ਇੱਕ ਕੈਪ ਉਹੀ ਜਸਟੀਫਾਈ ਕਰ ਸਕਦਾ ਜਿਹੜਾ ਐਕਸਪਰਟ ਹੋਏਗਾ। ਔਰ ਸਾਈ ਓਵਰਸੀਜ਼ ਦਾ ਨਾਮ ਤਾਂ ਬੇਸਿਕਲੀ ਹੈ ਹੀ ਐਕਸਪਰਟ ਇਮੀਗ੍ਰੇਸ਼ਨ ਕੰਸਲਟੈਂਟ ਦੇ ਵਿੱਚ, ਕਿਉਂਕਿ ਇਹ ਕੰਸਲਟੈਂਟ ਨੇ, ਬੇਸਿਕਲੀ ਏਜੰਟ ਨਹੀਂ ਹੈ। ਲੋਕੀ ਇੱਥੇ ਪੁੱਛਦੇ ਹੁੰਦੇ ਨੇ ਕਿ ਏਜੰਟ ਔਰ ਕੰਸਲਟੈਂਟ 'ਚ ਫਰਕ ਕੀ ਹੈ। ਬਸ ਇਹੀ ਫਰਕ ਹੈ ਕਿ ਜਿਨ੍ਹਾਂ ਨੇ ਜਿਹੜੇ ਏਜੰਟ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀਜ਼ਾ ਆਏ ਚਾਹੇ ਨਹੀਂ ਆਏ, ਲੇਕਿਨ ਜਿਹੜਾ ਕੰਸਲਟੈਂਟ ਹੈ ਉਹਨੇ ਤੁਹਾਡੀ ਫਾਈਲ ਦੇ ਉੱਪਰ ਵਰਕ ਕਰਨਾ ਹੈ। ਤੁਹਾਨੂੰ ਜਿਹੜਾ ਵੀਜ਼ਾ ਆਣਾ ਹੈ ਉਹਦੇ ਪਿੱਛੇ ਕੰਸਲਟੈਂਟ ਦਾ ਮੇਨ ਹੱਥ ਹੁੰਦਾ ਹੈ, ਉਹਦੀ ਟੀਮ ਦਾ ਹੱਥ ਹੁੰਦਾ ਹੈ, ਉਹ ਵਰਕ ਕਰਦਾ ਹੈ। ਔਰ ਸਭ ਤੋਂ ਵੱਡੀ ਗੱਲ ਇੱਥੇ ਇਹ ਵੀ ਕਹਿ ਰਹੇ ਹਾਂ ਕਿ ਤੁਸੀਂ ਪੇ ਆਫਟਰ ਵੀਜ਼ਾ ਦੇਣਾ ਹੈ, ਮਤਲਬ ਪਹਿਲੇ ਕੋਈ ਪੈਸਾ ਨਹੀਂ ਦੇਣਾ, ਤੁਸੀਂ ਸਿਰਫ ਆਪਣੇ ਡਾਕੂਮੈਂਟੇਸ਼ਨ ਦੇਣੀ ਹੈ, ਉਸ ਤੋਂ ਬਾਅਦ ਜਿਹੜੇ ਵੀਜ਼ਾ ਆਏਗਾ ਤਾਂ ਪੈਸੇ ਦੇਣੇ ਨੇ। ਔਰ ਬਾਰ-ਬਾਰ ਆਪਾਂ ਇਹੀ ਗੱਲ ਕਹਿੰਦੇ ਆ ਕਿ ਜਦੋਂ ਕਿਸੇ ਦੇ ਪੈਸੇ ਕਿਤੇ ਲੱਗੇ ਹੁੰਦੇ ਨੇ ਨਾ ਉਹੀ ਬੰਦਾ ਕੰਮ ਕਰਦਾ ਹੈ, ਕਿਉਂਕਿ ਉਹਨੂੰ ਪਤਾ ਮੇਰੇ ਪੈਸੇ ਲੱਗੇ ਨੇ। ਕੰਸਲਟੈਂਟ ਦੇ ਆਪਣੇ ਪੈਸੇ ਇਨਵੈਸਟਮੈਂਟ ਹੁੰਦੀ ਹੈ ਤੁਹਾਡੇ ਵੀਜ਼ਾ ਦੇ ਉੱਪਰ, ਉਸ ਤੋਂ ਬਾਅਦ ਤੁਹਾਡੇ ਤੋਂ ਪੈਸੇ ਲਿੱਤੇ ਜਾਂਦੇ ਨੇ, ਪਹਿਲੇ ਨਹੀਂ ਲਿੱਤੇ ਜਾਂਦੇ। ਇਸੇ ਕਰਕੇ ਤੁਸੀਂ ਘਬਰਾਓ ਨਾ, ਔਰ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ। ਤੁਸੀਂ ਚੁੱਪਚਾਪ ਕਰਕੇ ਅੱਖਾਂ ਬੰਦ ਕਰਕੇ ਇੱਕ ਵਾਰੀ ਸਾਈ ਓਵਰਸੀਜ਼ ਜਾਓ, ਇਹਨਾਂ ਨਾਲ ਡਿਸਕਸ ਕਰੋ, ਆਪਣੇ ਜੋ ਵੀ ਡਾਕੂਮੈਂਟੇਸ਼ਨ ਨਾਲ ਲੈ ਕੇ ਆਣਾ। ਔਰ ਇੱਕ ਮੈਂ ਬਾਰ-ਬਾਰ ਕਹਿੰਦਾ ਹੁੰਦਾ ਕਿ ਜਦੋਂ ਵੀ ਆਣਾ ਹੁੰਦਾ ਨਾ ਕਿਸੇ ਵੱਡੇ ਵਡੇਰੇ ਨੂੰ ਨਾਲ ਲਿਆਇਆ ਕਰੋ, ਫਾਦਰ ਨੂੰ, ਮਦਰ ਨੂੰ, ਬ੍ਰਦਰ ਨੂੰ, ਕਿਸੇ ਨੂੰ ਵੀ ਜੋ ਵੀ ਤੁਹਾਨੂੰ ਲੱਗਦਾ ਕਿ ਵਾਕਈ ਤੁਹਾਡੇ ਨਾਲ ਜਾ ਸਕਦਾ ਹੈ ਉਹਨੂੰ ਨਾਲ ਲੈ ਕੇ ਆਇਆ ਕਰੋ। ਕਿਉਂਕਿ ਕਈ ਵਾਰ ਦੇਖਦੇ ਆ ਕਿ ਦੂਰੋਂ ਆਣਾ ਹੁੰਦਾ, ਕਿਸੇ ਨੇ ਬਠਿੰਡੇ ਆਣਾ ਹੁੰਦਾ, ਕਿਸੇ ਨੇ ਅੰਮ੍ਰਿਤਸਰ ਤੋਂ ਆਣਾ ਹੁੰਦਾ, ਅਲੱਗ-ਅਲੱਗ ਜਗ੍ਹਾ ਤੋਂ ਲੋਕੀ ਆਉਂਦੇ ਨੇ ਔਰ ਸਾਰਾ ਦਿਨ ਲੱਗ ਜਾਂਦਾ ਆਣ ਜਾਣ ਦੇ ਵਿੱਚ। ਬਿਲਕੁਲ ਰਿਕੀ, ਸੌਰੀ ਤੁਹਾਨੂੰ ਇੰਟਰਰਪਟ ਕਰ ਰਿਹਾ, ਵੈਰੀ ਸੌਰੀ। ਦੇਖੋ ਤੁਸੀਂ ਬਹੁਤ ਅੱਛੀ ਗੱਲ ਕਹੀ ਕਿ ਕਿਸੇ ਨਾ ਕਿਸੇ ਪਰਸਨ ਨੂੰ, ਡਿਸੀਜਨ ਮੇਕਰ ਨੂੰ ਨਾਲ ਲੈ ਕੇ ਆਇਆ ਕਰੋ, ਬਿਕੋਜ਼ ਆਫ ਕਿ ਸਮ ਟਾਈਮ ਇਸ ਤਰ੍ਹਾਂ ਹੁੰਦਾ ਕਿ ਸਾਡੇ ਆਫਿਸ ਖੁਦ ਬਹੁਤ ਵਾਰੀ ਹੁੰਦਾ ਹੈ ਕਿ ਬੱਚਾ ਪ੍ਰੋਪਰ ਕਾਉਂਸਲਿੰਗ ਲੈ ਕੇ ਸੈਟੀਸਫਾਈਡ ਹੁੰਦਾ, ਲੇਕਿਨ ਫਿਰ ਵੀ ਉਹਨੂੰ ਹੁੰਦਾ ਕਿ ਇੱਕ ਵਾਰੀ ਮੈਂ ਆਪਣੇ ਫਾਦਰ ਨਾਲ ਡਿਸਕਸ ਕਰਨਾ ਹੈ ਜਾਂ ਮਦਰ ਨਾਲ ਜਾਂ ਫੈਮਿਲੀ ਨਾਲ ਡਿਸਕਸ ਕਰਨਾ ਹੈ। ਸੋ ਬਜਾਏ ਇਹਦੇ ਮੈਂ ਕਹਾਂਗਾ ਬੈਟਰ ਇਹ ਹੈ ਕਿ ਜਿਸ ਦਿਨ ਵੀ ਤੁਹਾਡੇ ਕੋਲ ਟਾਈਮ ਹੈ ਤੁਸੀਂ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਆਓ ਔਰ ਖਾਸ ਕਰਕੇ ਓਰੀਜਨਲ ਡਾਕੂਮੈਂਟਸ ਨਾਲ ਜ਼ਰੂਰ ਲੈ ਕੇ ਆਓ। ਅਗਰ ਕਿਸੇ ਕੰਟਰੀ ਦੀ ਖਾਸ ਕਰਕੇ ਅੱਜ ਕੱਲ੍ਹ ਨਾ ਆਸਟ੍ਰੇਲੀਆ ਤੋਂ ਰਿਕ ਜੀ ਔਰ ਕੈਨੇਡਾ ਤੋਂ ਬਹੁਤ ਨੰਬਰ ਆਫ ਐਪਲੀਕੇਸ਼ਨਸ ਰਿਫਿਊਜ਼ ਹੋਈਆਂ, ਡਿਲੇ ਹੋ ਰਹੀਆਂ, ਨਾਲ ਡਿਲੇ ਹੋ ਰਹੀਆਂ, ਰਿਫਿਊਜ਼ ਹੋ ਰਹੀਆਂ। ਉਹ ਬੱਚਾ ਕਿਤੇ ਨਾ ਕਿਤੇ ਐਸੇ ਨੂੰ ਸੋਚ ਰਿਹਾ ਕਿ ਮੈਂ ਅਪਲਾਈ ਕਰਨਾ, ਮੇਰੇ ਵਾਸਤੇ ਯੂਕੇ ਇੱਕ ਅੱਛੀ ਆਪਸ਼ਨ ਹੈ। ਔਰ ਮੈਂ ਇਹ ਚੀਜ਼ ਤੁਹਾਨੂੰ ਡਰਾਣਾ ਨਹੀਂ, ਤੁਹਾਨੂੰ ਕਲੀਅਰ ਕੱਟ ਦੱਸਣਾ ਚਾਹ ਰਿਹਾ ਕਿ ਅਗਰ ਸੈਪਟੈਂਬਰ ਇਨਟੇਕ ਦੇ ਵਿੱਚ ਤੁਸੀਂ ਅਪਲਾਈ ਕਰਨਾ ਹੈ ਐਜ਼ ਸੂਨ ਐਜ਼ ਪੋਸੀਬਲ, ਜਿੰਨੀ ਜਲਦੀ ਤੁਸੀਂ ਆ ਕੇ ਅਪਲਾਈ ਕਰ ਸਕਦੇ ਹੋ ਜਿਸ ਵੀ ਕੰਸਲਟੈਂਟ ਤੋਂ। ਮੈਂ ਨਹੀਂ ਕਹਿ ਰਿਹਾ ਤੁਸੀਂ ਸਾਈ ਓਵਰਸੀਜ਼ ਤੋਂ ਅਪਲਾਈ ਕਰੋ, ਜਿੱਥੇ ਵੀ ਤੁਹਾਡਾ ਮਨ ਬਣ ਰਿਹਾ, ਤੁਹਾਨੂੰ ਲੱਗ ਰਿਹਾ ਕਿ ਵਾਕਿਆ ਇਹਨਾਂ ਦੇ ਇੰਸਟਾਗ੍ਰਾਮ ਤੇ, ਫੇਸਬੁੱਕ ਤੇ ਜਾਂ ਮੈਂ ਔਨ ਏਅਰ ਇਹਨਾਂ ਦੇ ਟੀਵੀ ਤੇ ਜਾਂ ਟੀਵੀ ਸ਼ੋਅ ਤੇ ਬਹੁਤ ਜ਼ਿਆਦਾ ਵੀਜ਼ਾ ਦੇਖ ਰਿਹਾ ਔਰ ਮੈਨੂੰ ਪਤਾ ਹੈ ਕਿ ਇਹ ਕੰਪਨੀ ਬਹੁਤ ਅੱਛੀ ਹੈ, ਕਾਫੀ ਪੁਰਾਣੀ ਕੰਪਨੀ ਹੈ, ਮੇਰੀ ਫਾਈਲ ਨਾਲ ਐਕਸਪੈਰੀਮੈਂਟ ਨਹੀਂ ਕਰੇਗੀ। ਸੋ ਉਹ ਕੰਪਨੀ ਕੋਲ ਜਾ ਕੇ ਜਲਦੀ ਤੋਂ ਜਲਦੀ ਵੀਜ਼ਾ ਅਪਲਾਈ ਕਰੋ। ਇਹਦੇ ਬਿਹਾਈਂਡ ਇਹਦੇ ਪਿੱਛੇ ਰੀਜ਼ਨ ਕੀ ਹੈ, ਮੋਸਟ ਇੰਪੋਰਟੈਂਟ ਥਿੰਗ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ, ਕੋਈ ਡਰਾਉਣ ਵਾਲੀ ਗੱਲ ਨਹੀਂ ਹੈ। ਸੈਪਟੈਂਬਰ ਦੇ ਇਨਟੇਕ ਤੋਂ ਬਾਅਦ ਜਨ ਇਨਟੇਕ ਦੇ ਵਿੱਚ ਬਹੁਤ ਜ਼ਿਆਦਾ ਚਾਂਸਿਸ ਨੇ ਇੰਟਰਵਿਊ ਸਟਾਰਟ ਹੋਣ ਦੇ, ਯੂਕੇ ਦੀ ਇੰਟਰਵਿਊ ਸਟਾਰਟ ਹੁੰਦੇ। ਸੋ ਦੈਟਸ ਵਾਈ ਕਿ ਸੈਪਟੈਂਬਰ ਇਨਟੇਕ ਦੇ ਵਿੱਚ ਹੁਣ ਜਿੰਨੇ ਬੱਚੇ ਚਾਹ ਰਹੇ ਨੇ ਵੀਜ਼ਾ ਅਪਰੂਵ ਕਰਾਉਣਾ, ਵੀਜ਼ਾ ਲੈ ਲੈਣ, ਜਿਨ੍ਹਾਂ ਦਾ ਗੈਪ ਬਹੁਤ ਜ਼ਿਆਦਾ, ਜਲਦੀ ਅਪਲਾਈ ਕਰੋ ਡੈਫੀਨਿਟਲੀ ਕਿਉਂਕਿ ਜਨ ਇਨਟੇਕ ਦੇ ਵਿੱਚ ਜੋ ਤੁਸੀਂ ਦੁਬਾਰਾ ਅਪਲਾਈ ਕਰੋਗੇ ਤਾਂ ਉਹੀ ਬੱਚੇ ਮੈਂ ਕਹਾਂਗਾ ਅਪਲਾਈ ਕਰਨ, ਕਿਉਂਕਿ ਬਹੁਤ ਸਾਰੀ ਯੂਨੀਵਰਸਿਟੀਜ਼ ਇਸ ਟਾਈਮ ਵਿਦਆਊਟ ਆਇਲਸ ਫਾਈਲਸ ਅਸੈਪਟ ਕਰਨਾ ਬੰਦ ਕਰ ਚੁੱਕੀਆਂ। ਹੁਣ ਸਿਰਫ 2-3 ਯੂਨੀਵਰਸਿਟੀਜ਼ ਦੀ ਆਪਸ਼ਨ ਹੈ, ਜਿੱਥੇ ਕਿ ਅੱਜ ਤੋਂ ਅਗਰ ਮੈਂ ਗੱਲ ਕਰਾਂ 2 ਮਹੀਨੇ ਪਹਿਲੇ ਤਾਂ ਰਿਕੀ ਜੀ ਨੀਅਰ ਅਬਾਊਟ 7 to 8 ਯੂਨੀਵਰਸਿਟੀਜ਼ ਦੀ ਆਪਸ਼ਨ ਸੀ, ਜੋ ਅੱਜ ਰਹਿ ਕੇ ਸਿਰਫ 2 ਯੂਨੀਵਰਸਿਟੀਜ਼ ਦੀ ਰਹਿ ਗਈਆਂ ਔਰ ਇਸ ਤੋਂ ਬਾਅਦ ਬਾਕੀ ਨੇ ਬੰਦ ਕਰਤਾ। ਉਹਦੇ ਪਿੱਛੇ ਰੀਜ਼ਨ ਕੀ ਹੈ? ਉਹਦੇ ਪਿੱਛੇ ਵੀ ਰੀਜ਼ਨ ਹੈ ਕਿ ਪੰਜਾਬ ਦੀਆਂ ਫਾਈਲਸ ਤੁਹਾਨੂੰ ਪਤਾ ਹੈ ਵੈਸੇ ਹੀ ਕਿ ਬਹੁਤ ਜ਼ਿਆਦਾ ਯੂਨੀਵਰਸਿਟੀਜ਼ ਅਵੋਇਡ ਕਰਦੀਆਂ ਔਰ ਅੰਬੈਸੀ ਵੀ ਥੋੜਾ ਸੋਚ ਸਮਝ ਕੇ ਵੀਜ਼ਾ ਦਿੰਦੀ ਹੈ, ਬਿਲਕੁਲ, ਕਿ ਉਹਨੂੰ ਪਤਾ ਕਿ ਅਗਰ ਤੁਹਾਡਾ ਗੈਪ ਹੈ ਤੇ ਗੈਪ ਦੇ ਵਿੱਚ ਅਗਰ ਤੁਸੀਂ ਕੁਝ ਫੀਲ ਕੀਤਾ, ਕੋਈ ਫੇਕ ਡਾਕੂਮੈਂਟ ਤਾਂ ਨਹੀਂ
ਨਹੀਂ ਲੱਗਿਆ, ਉਹਦੇ 'ਚ ਇੰਟਰਵਿਊ ਦੇ ਚਾਂਸਿਸ ਹੁੰਦੇ ਆ। ਸੋ ਦੈਟਸ ਵਾਈ ਕਿ ਇਸ ਟਾਈਮ ਜਿੰਨੇ ਵੀ ਪੰਜਾਬ ਦੇ ਕੇਸਿਸ ਨੇ ਯੂਨੀਵਰਸਿਟੀਜ਼ ਉਹਨੂੰ ਮੈਂ ਕਹਾਂਗਾ 2 ਆਈਜ਼ ਨਾਲ ਨਹੀਂ 4 ਅੱਖਾਂ ਨਾਲ ਉਹਨੂੰ ਰੀਡ ਕਰਦੀਆਂ ਨੇ, ਚੈੱਕ ਕਰਦੀਆਂ ਨੇ। ਸੋ ਇਹੀ ਰੀਜ਼ਨ ਹੈ ਕਿ ਜਨ ਦੇ ਵਿੱਚ ਤੁਹਾਡੇ ਕੋਲ ਵਿਦਆਊਟ ਆਇਲਸ ਵੀ ਆਪਸ਼ਨ ਬੰਦ ਹੋਣ ਜਾ ਰਹੀ ਹੈ, ਕਿਉਂਕਿ ਸ਼ਾਇਦ ਹੀ ਕੋਈ ਯੂਨੀਵਰਸਿਟੀ ਸਟਾਰਟ ਕਰੇਗੀ, ਜੋ ਅਸੀਂ ਡੇ ਬਾਈ ਡੇ ਦੇਖ ਰਹੇ ਹਾਂ ਕਿ ਯੂਨੀਵਰਸਿਟੀਜ਼ ਇੱਥੇ ਸਾਡੇ ਕੋਲ ਆਪਸ਼ਨ ਸੀ ਕਿ ਅਗਰ ਵਿਦਆਊਟ ਆਇਲਸ 17 18 19 ਜਿਹੜੇ ਕਿ ਤੁਹਾਨੂੰ ਮੈਂ ਦੱਸ ਰਿਹਾ +2 ਵਾਲੇ ਬੱਚੇ, ਇਹ ਮੇਰੇ ਕੋਲ ਅਗਰ ਮੈਂ ਮਹੀਨਾ ਪਹਿਲੇ ਕੋਈ ਵੀਕੀ ਦੀ ਗੱਲ ਕਰਾਂ ਤਾਂ ਮੇਰੇ ਕੋਲ ਵਿਦਆਊਟ ਆਇਲਸ ਆਪਸ਼ਨ ਸੀ। ਲੇਕਿਨ ਅੱਜ ਉਸ ਯੂਨੀਵਰਸਿਟੀ ਨੇ ਮੈਂਡੇਟਰੀ ਕਰਤਾ ਕਿ ਅਗਰ 16 17 18 +2 ਵਾਲਾ ਬੱਚਾ ਅਪਲਾਈ ਕਰੇਗਾ ਤਾਂ ਮੈਂ ਵਿਦ ਆਇਲਸ ਅਸੈਪਟ ਕਰਾਂਗੀ। ਮੈਂਡੇਟਰੀ ਕਰਤੀ ਮੀਨਸ ਕਿ ਹੁਣ ਹਰ ਇੱਕ ਯੂਨੀਵਰਸਿਟੀ ਸਟਿਕਡ ਹੋਣ ਜਾ ਰਹੀ ਹੈ। ਸੋ ਇਹੀ ਰੀਜ਼ਨ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਹਾਈਲੀ ਚਾਂਸਿਸ ਹੈ ਕਿ ਅੰਬੈਸੀ ਦੇ ਵੀ ਇੰਟਰਵਿਊ ਸਟਾਰਟ ਹੋ ਜਾਣਗੇ ਜਨ ਇਨਟੇਕ ਦੇ ਵਿੱਚ। ਸੋ ਸੈਪਟੈਂਬਰ ਇਨਟੇਕ ਦੇ ਵਿੱਚ ਜਿਹੜੇ ਬੱਚੇ ਨੇ ਅਪਲਾਈ ਕਰਨਾ, ਬਹੁਤ ਜ਼ਿਆਦਾ ਤੁਹਾਡੇ ਕੋਲ ਟਾਈਮ ਨਹੀਂ ਹੈ। ਜੂਨ ਮੰਥ ਦੇ ਵਿੱਚ ਮੈਂ ਕਹਾਂਗਾ ਪੂਰਾ ਜੂਨ ਮੰਥ ਹੈ। ਜੂਨ ਮੰਥ ਦੇ ਵਿੱਚ ਤੁਸੀਂ ਆਪਣੀ ਫਾਈਲ ਜਿੱਥੋਂ ਵੀ ਅਪਲਾਈ ਕਰੋਗੇ ਐਸ ਸੂਨ ਐਸ ਪੋਸੀਬਲ ਆਪਣੇ ਫੰਡ ਤੁਸੀਂ ਰੈਡੀ ਕਰੋ। 28 ਦਿਨ ਪੁਰਾਣੇ ਫੰਡ ਚਾਹੀਦੇ ਆ। ਸੋ ITS ਤੁਹਾਡੇ ਪੇਰੈਂਟਸ ਦੀ ਚਾਹੀਦੇ ਆ, ਕਾਫੀ ਚੀਜ਼ਾਂ ਨੇ ਜਿਹੜੀਆਂ ਕਿ ਰੈਡੀ ਕਰਨੀਆਂ ਹੁੰਦੀਆਂ। ਤੇ ਜਿੱਥੋਂ ਵੀ ਤੁਸੀਂ ਅਪਲਾਈ ਕਰਨਾ, ਅਗਰ ਸਾਡੀ ਟੀਮ ਤੋਂ ਤੁਸੀਂ ਅਪਲਾਈ ਕਰੋਗੇ, ਸਾਡੇ ਕੋਲ ਐਕਸਪਰਟ ਟੀਮ ਹੈ ਜਿਹੜੀ ਕਿ ਮੈਂ ਤੁਹਾਨੂੰ ਕਹਾਂਗਾ ਵਿਦਿਨ 2 ਡੇਜ਼ ਮੈਕਸਿਮਮ 2 ਡੇਜ਼ ਤੁਹਾਡੀ ਅਸੀਂ ਆਫਰ ਮੰਗਾ ਕੇ ਦਾਂਗੇ। 4 to 5 ਵਰਕਿੰਗ ਡੇਜ਼ ਬੱਚੇ ਦਾ ਕੈਸ਼ ਮੰਗਵਾ ਕੇ ਦਾਂਗੇ। ਫਾਈਲ ਵੀ ਤੁਹਾਡੀ ਮੈਂ ਰੈਡੀ ਕਰਵਾ ਕੇ ਜੂਨ ਮੰਥ ਦੇ ਵਿੱਚ ਹੀ ਲਾਂਚ ਕਰਵਾ ਦਾਂਗਾ, ਤਾਂ ਕਿ ਜਿੰਨੀ ਜਲਦੀ ਹੋ ਸਕਦਾ ਤੁਹਾਡਾ ਵੀਜ਼ਾ ਆਏ, ਉਹ ਤੁਹਾਡੇ ਕੋਲ ਇੰਟਰਵਿਊ ਦੇ ਚਾਂਸਸ ਨਾ ਹੋਣ, ਇੰਟਰਵਿਊ ਨਾ ਦੇਣਾ ਪਏ। ਬਿਲਕੁਲ ਦੇਖੋ, ਪੇਮੈਂਟ ਜਿਹੜੀ ਹੈ ਵੀਜ਼ੇ ਤੋਂ ਬਾਅਦ ਜਿਹੜੀ ਹੈ ਰਿਸਕ ਨਹੀਂ ਹੈ। ਔਰ ਸਭ ਤੋਂ ਵੱਡੀ ਗੱਲ ਕਿ ਤੁਸੀਂ ਇਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਹੈ, ਬਾਰ-ਬਾਰ ਇਸੇ ਕਰਕੇ ਕਹਿਣਾ ਹੁੰਦਾ ਕਿ ਉੱਥੇ ਵੀ ਚੈੱਕ ਕਰ ਲਿਆ ਕਰੋ। ਔਰ ਮੈਨੂੰ ਲੱਗਦਾ ਕਿ ਤੁਸੀਂ ਜਦੋਂ ਦੇਖ ਰਹੇ ਹੋਣੇ ਨਾ, ਤੁਹਾਨੂੰ ਆਸ-ਪਾਸ ਆਪਣੇ ਹੀ ਆਸ-ਪਾਸ, ਕਿਉਂਕਿ ਇੰਨੇ ਸਾਲਾਂ ਤੋਂ ਕੰਮ ਕਰ ਰਹੇ ਨੇ, ਤੁਹਾਨੂੰ ਜਿਹੜੇ ਇਹਨਾਂ ਦੇ ਵੀਜ਼ਾ ਜਿਹੜੇ ਹੈਂਡਓਵਰ ਕੀਤੇ ਹੋਏ ਨੇ, ਤੁਹਾਨੂੰ ਆਪਣੀ ਰਿਸ਼ਤੇਦਾਰੀ ਚੋਂ ਹੀ ਪਤਾ ਨਹੀਂ ਕੋਈ ਲੱਭਾ ਆਏਗਾ ਉੱਥੋਂ, ਔਰ ਪਤਾ ਲੱਗੇਗਾ ਕਿ ਤੁਹਾਡੀ ਬੂਆ ਦਾ ਮੁੰਡਾ ਜਾਂ ਕੋਈ ਰਿਸ਼ਤੇਦਾਰੀ ਚੋਂ ਹੀ ਆ, ਉਹ ਉਸ ਵੀਡੀਓ ਦੇ ਵਿੱਚ ਹੈਗਾ, ਉਹਨਾਂ ਦੇ ਵੀਜ਼ਾ ਆਇਆ ਹੋਇਆ, ਉਹਨਾਂ ਨੇ ਸਾਈ ਓਵਰਸੀਜ਼ ਤੋਂ ਅਪਲਾਈ ਕੀਤਾ ਸੀਗਾ। ਇਸੇ ਕਰਕੇ ਅੱਖਾਂ ਬੰਦ ਕਰਕੇ ਜਦੋਂ ਵੀ ਆਣਾ ਹੁੰਦਾ ਤੇ ਡਾਕੂਮੈਂਟ ਲਿਆਇਆ ਕਰੋ। ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲਓ ਕਿ ਸਾਈ ਓਵਰਸੀਜ਼ ਜਾਣਾ ਹੈ, ਮਤਲਬ ਕਿ ਤੁਹਾਡਾ ਕੰਮ ਜਿਹੜਾ ਜਿਹਾ ਉਹ 100% ਹੋਣਾ ਹੀ ਹੋਣਾ ਹੈ, ਕਿਉਂਕਿ ਇਹਨਾਂ ਨੇ ਤੁਹਾਡੀ ਫਾਈਲ ਅਸੈਪਟ ਕਰ ਲਈ, ਮਤਲਬ ਕਿ ਤੁਹਾਡਾ ਵੀਜ਼ਾ ਜਿਹੜਾ ਜਿਹਾ ਉਹ ਚਾਂਸਸ 100% ਹੋ ਗਏ। ਅਗਰ ਫਾਈਲ ਮਨਾ ਕਰਤੀ ਤਾਂ ਸਮਝ ਲਓ ਕਿ ਤੁਸੀਂ ਜਿਹੜਾ ਐਲੀਜੀਬਲ ਨਹੀਂ ਹੋ, ਜਾਂ ਤੁਹਾਨੂੰ ਗਾਈਡ ਕੀਤਾ ਜਾਏਗਾ ਕਿਸੇ ਹੋਰ ਕੰਟਰੀ ਦੀ। ਆਪਾਂ ਸਰ ਕਿਸੇ ਹੋਰ ਕੰਟਰੀ ਜਦੋਂ ਗੱਲ ਕਰਾਂਗੇ, ਗੱਲ ਆਉਂਦੀ ਹੈ ਸਾਈਪ੍ਰਸ ਦੀ, ਕਿਉਂਕਿ ਜਿਹੜੀ ਹੋਰ ਬਹੁਤ ਸਾਰੀ ਕੰਟਰੀਆਂ ਜਿਹੜੀਆਂ ਜੋ ਗੈਪ ਅਸੈਪਟ ਨਹੀਂ ਕਰਦੀਆਂ, ਲੇਕਿਨ ਆਪਾਂ ਇਸ ਤੋਂ ਬਾਅਦ ਆਵਾਂਗੇ ਸਾਈਪ੍ਰਸ ਦੇ ਉੱਪਰ। ਸਾਈਪ੍ਰਸ ਦੇ ਵਿੱਚ ਸਟੂਡੈਂਟਸ ਲਈ ਕੀ ਹੈ? ਬਿਲਕੁਲ ਦੇਖੋ ਰਿਕੀ ਜੀ, पहले मैं चीज़ क्लियर कर समझाना चाहूँगा अपने सारे व्यूवर्स ਨੂੰ कि 2012 2013 ਤੋਂ ਪਹਿਲੇ ਯੂਕੇ ਦੇ ਵੀਜ਼ਾ ਬਹੁਤ ਅੱਛੇ ਆ ਰਹੇ ਸੀ, ਸੇਮ ਜਿਸ ਤਰ੍ਹਾਂ ਹੁਣ ਆ ਰਹੇ ਨੇ ਕਿ 100% ਵੀਜ਼ਾ ਸੀ। ਤਾਂ ਅਸੀਂ ਸੁਣ ਰਹੇ ਸੀ, ਤੁਸੀਂ ਉਸ ਟਾਈਮ ਸੁਣਿਆ ਹੋਏਗਾ ਕਿ ਬੱਚੇ ਉੱਥੇ ਫਲਾਈਓਵਰਸ ਦੇ ਨੀਚੇ ਸੋ ਰਹੇ ਨੇ, ਗੁਰਦੁਆਰੇ 'ਚ ਜਾ ਕੇ ਲੰਗਰ ਛਕ ਰਹੇ ਨੇ, ਬਾਹਰ ਬੱਚਿਆਂ ਨੂੰ ਵਰਕ ਨਹੀਂ ਮਿਲ ਰਿਹਾ, ਬਹੁਤ ਜ਼ਿਆਦਾ ਬੱਚਾ ਚਲਾ ਗਿਆ ਕਿਉਂਕਿ ਇਸ ਤਰ੍ਹਾਂ ਦਾ ਇੱਕ এনवायरमेंट ਕ੍ਰੀਏਟ ਹੋ ਗਿਆ ਸੀਗਾ। ਬਿਲਕੁਲ, ਕਿਉਂਕਿ ਉਦੋਂ ਵੀ ਵਿਦਆਊਟ ਆਇਲਸ ਗੈਪ ਅਸੈਪਟੇਬਲ ਸਾਰਾ ਪੂਰਾ ਹੀ ਪੰਜਾਬ ਮੈਂ ਕਹਾਂਗਾ ਉਸ ਸਾਈਡ ਨੂੰ ਹੋਇਆ ਹੋਇਆ ਸੀ। ਹਰ ਇੱਕ ਕੰਸਲਟੈਂਟ ਉਦੋਂ ਇੰਨੇ ਬੋਰਡ ਲੱਗੇ, ਜਿਹੜਾ ਇਸ ਲਾਈਨ ਦਾ ਨਹੀਂ ਵੀ ਸੀ ਉਹਨੂੰ ਵੀ ਪਤਾ ਸੀ ਕਿ ਵੀਜ਼ਾ 100% ਆ ਰਿਹਾ, ਉਹਨੇ ਵੀ ਆਪਣੇ ਆਫਿਸ ਖੋਲ ਕੇ ਬੈਠ ਗਿਆ। ਸੋ ਉਸ ਟਾਈਮ ਕੀ ਹੋ ਗਿਆ, ਨੰਬਰ ਆਫ ਸਟੂਡੈਂਟਸ ਉੱਥੇ ਚਲੇ ਗਏ, ਸੋ ਗਏ ਤਾਂ ਪ੍ਰੋਬਲਮ ਆਣਾ ਬਿਲਕੁਲ ਨੈਚੁਰਲ ਸੀ। ਸੋ ਸੇਮ ਹੋਇਆ ਸਾਈਪ੍ਰਸ ਦੇ ਵਿੱਚ। ਸਾਈਪ੍ਰਸ ਦੇ ਵਿੱਚ 2016 2017 ਤੱਕ ਨੰਬਰ ਆਫ ਐਪਲੀਕੇਸ਼ਨਸ ਗਈਆਂ, ਗੈਪ ਦੀ ਕੋਈ ਪ੍ਰੋਬਲਮ ਨਹੀਂ, 40 ਸਾਲ ਤੱਕ ਤੁਹਾਡੀ ਏਜ ਹੈ, ਕੋਈ ਵੀ ਫਾਈਲ ਰਿਜੈਕਟ ਨਹੀਂ ਹੁੰਦੀ ਸੀ, ਕੋਈ ਫਾਈਲ ਰਿਜੈਕਟ ਨਹੀਂ ਸੀ, 100% ਵੀਜ਼ਾ ਸੀ। 2017 ਤੱਕ ਰੱਜ ਕੇ ਉਹਨਾਂ ਨੇ ਵੀਜ਼ੇ ਦਿੱਤੇ ਔਰ ਹਰ ਇੱਕ ਬੱਚੇ ਦਾ ਵੀਜ਼ਾ ਅਪਰੂਵ ਹੋਇਆ, ਚਾਹੇ ਕਿਸੇ ਦੀ 40 45 ਏਜ ਸੀ, ਕੋਈ ਏਜ ਮੈਟਰ ਨਹੀਂ ਸੀ, ਕੋਈ ਗੈਪ ਦੀ ਪ੍ਰੋਬਲਮ ਨਹੀਂ ਸੀ, ਗੈਪ ਦਾ ਕੋਈ ਪ੍ਰੂਫ ਦੇਣ ਦੀ ਟੈਨਸ਼ਨ ਨਹੀਂ ਸੀ। ਮਤਲਬ ਅਗਰ ਤੁਸੀਂ ਫ੍ਰੀ ਵੀ ਹੋ, ਕੁਝ ਵੀ ਨਹੀਂ ਕੀਤਾ ਤਾਂ ਤਦ ਵੀ ਵੀਜ਼ਾ ਸੀ। ਸੋ ਉਸ ਤੋਂ ਬਾਅਦ ਕੀ ਹੋਇਆ, ਜਿਹੜੀਆਂ ਉੱਥੇ ਸੇਮ ਪ੍ਰੋਬਲਮਸ ਜਿਹੜੀਆਂ ਮੈਂ ਤੁਹਾਨੂੰ ਯੂਕੇ ਦੱਸੀਆਂ, ਸੇਮ ਪ੍ਰੋਬਲਮਸ ਆਈਆਂ ਸਾਈਪ੍ਰਸ ਤੇ। ਸੋ ਉਹਨਾਂ ਦੀ ਗਵਰਨਮੈਂਟ ਨੇ ਵੀਜ਼ਾ ਬਿਲਕੁਲ ਟੋਟਲੀ ਬੰਦ ਕਰ ਦਿੱਤਾ, ਮਤਲਬ ਸਿੰਗਲ ਵੀ ਵੀਜ਼ਾ ਉਹਨਾਂ ਨੇ ਪੂਰੇ ਇੰਡੀਆ ਨੂੰ ਨਹੀਂ ਦਿੱਤਾ। ਸੋ ਪੂਰੇ ਪੰਜਾਬ ਦੀ ਬੈਲਟ ਦੂਸਰੀ ਸਾਈਡ ਤੇ ਹੋ ਗਈ, ਆਸਟ੍ਰੇਲੀਆ ਕੈਨੇਡਾ ਦੂਸਰੀ ਕੰਟਰੀਜ਼ ਨੂੰ ਪ੍ਰਮੋਟ ਕਰਨਾ ਸਟਾਰਟ ਕਰਤਾ। ਵਿਦਆਊਟ ਆਇਲਸ ਬੱਚੇ ਸਿੰਗਾਪੁਰ ਯੂਕਰੇਨ ਜਾਣਾ ਸਟਾਰਟ ਹੋ ਗਏ। ਸੋ ਅੱਜ ਉਹ 4 to 5 ਇਅਰਸ ਬਾਅਦ ਜਿਹੜੇ ਉਹ ਬੱਚੇ ਸੈਟਲ ਹੋ ਗਏ, ਕੁਝ ਬੱਚੇ ਅੱਗੇ ਮੂਵ ਹੋ ਗਏ, ਕੁਝ ਉੱਥੇ ਸੈਟਲ ਹੋ ਗਏ। ਅੱਜ ਫਿਰ ਉਹਨਾਂ ਨੂੰ ਉੱਥੇ ਵਰਕਰਸ ਦੀ ਲੋੜ ਹੈ। ਸੋ ਦੈਟਸ ਵਾਈ ਉਹਨਾਂ ਨੇ ਦੁਬਾਰਾ ਫਿਰ ਸਟੂਡੈਂਟ ਵੀਜ਼ਾ ਸਟਾਰਟ ਕਰਤਾ ਹੈ। ਸੋ ਉਹਦੇ ਵਿੱਚ ਹੁਣ ਅਗਰ ਤੁਹਾਡੀ 60-50% ਮਾਰਕਸ ਹੈ, ਤੁਹਾਡੇ ਗੈਪ ਤੁਹਾਡਾ ਬਹੁਤ ਜ਼ਿਆਦਾ ਹੈ, ਫਿਰ ਤੁਹਾਡੇ ਕੋਲ ਉਹੀ ਆਪਸ਼ਨ ਹੈ ਕਿ ਅਗਰ ਤੁਹਾਡੀ ਏਜ 35 ਤੱਕ ਵੀ ਹੈ ਤਦ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ, 100% ਵੀਜ਼ਾ, ਕੋਈ ਪੇਮੈਂਟ ਤੁਸੀਂ ਨਹੀਂ ਦੇਣੀ, ਕੋਈ ਤੁਹਾਨੂੰ ਟੈਨਸ਼ਨ ਨਹੀਂ ਕਿ ਮੈਂ ਪਹਿਲੇ ਪੇਮੈਂਟ 50,000 ਜਾਂ 20,000 ਪੇਮੈਂਟ ਕਰਨੀ ਹੈ, ਵੀਜ਼ਾ ਨਹੀਂ ਆਏਗਾ ਤਾਂ ਮੇਰਾ 20 ਜਾਂ 50,000 ਦਾ ਲੋਸ ਹੈ। ਜੋ ਬਾਕੀ ਕੰਪਨੀਜ਼ ਦੀ ਮੈਂ ਐਡ ਦੇਖ ਰਿਹਾ ਜੀ
20,000 ਪਹਿਲੇ 5 ਲੱਖ ਵੀਜ਼ਾ ਲੱਗਣ ਤੋਂ ਬਾਅਦ। ਸੋ ਸਾਡੀ ਕੰਪਨੀ ਪਹਿਲੇ ਕੋਈ ਪੈਸਾ ਨਹੀਂ ਲੈ ਰਹੀ। ਜਿਹੜਾ ਪੈਕੇਜ ਵੀ ਹੈ 4 to 5 ਲੱਖ ਦਾ ਤੁਹਾਡਾ ਪੈਕੇਜ ਹੈ, ਉਹ ਵੀ ਸਾਰੀ ਪੇਮੈਂਟ ਤੁਸੀਂ ਕਦੋਂ ਦੇਣੀ ਹੈ, ਜਦੋਂ ਤੁਹਾਡਾ ਵੀਜ਼ਾ ਆ ਜਾਏਗਾ। ਬਿਲਕੁਲ। ਦੇਖੋ ਸਾਈਪ੍ਰਸ ਦੀ ਆਪਾਂ ਗੱਲ ਕੀਤੀ ਸੀ, ਹੁਣੇ ਸ਼ੁਰੂ ਕੀਤੀ ਹੈ ਹਲੇ, ਔਰ ਤੁਸੀਂ ਦੇਖਿਆ ਹੋਣਾ ਕਿ ਵਾਕਿਆ ਹੀ ਰੀਜ਼ਨ ਕਿਆ ਸੀਗਾ ਕਿ ਸਾਈਪ੍ਰਸ ਇਸ ਤੋਂ ਪਹਿਲੇ ਪ੍ਰਮੋਟ ਨਹੀਂ ਹੋ ਰਿਹਾ ਸੀਗਾ, ਜਾਂ ਸਾਈਪ੍ਰਸ ਦੇ ਵੀਜ਼ਾ ਲਈ ਤੁਹਾਨੂੰ ਨਹੀਂ ਕਿਹਾ ਜਾ ਰਿਹਾ ਸੀਗਾ। ਰੀਜ਼ਨ ਇਹੀ ਸੀਗਾ ਕਿ 16-17 ਦੇ ਵਿੱਚ ਜਿਹੜੇ ਬੱਚੇ ਗਏ ਸੀਗੇ ਉਹ ਹੁਣ 4-5 ਸਾਲ ਦੇ ਵਿੱਚ ਸੈਟਲਡ ਹੋ ਗਏ ਉੱਥੇ ਜਾ ਕੇ। ਇੱਧਰ ਉੱਧਰ ਜਿਨ੍ਹਾਂ ਨੇ ਅੱਗੇ ਜਾਣਾ ਸੀ ਉਹ ਅੱਗੇ ਨਿਕਲ ਗਏ, ਫਰਦਰ ਜਿਹੜੇ ਹੈਗੇ ਨੇ ਉਹ ਉੱਥੇ ਸੈਟਲਡ ਹੋ ਗਏ। ਹੁਣ ਸਾਈਪ੍ਰਸ ਨੂੰ ਜਿਹੜਾ ਜਿਹਾ ਅੱਗੇ ਫਿਰ ਲੋੜ ਹੈ। ਅੱਗੇ ਜਿਹੜੇ ਸਟੂਡੈਂਟ ਨੇ ਹੁਣ ਸਾਈਪ੍ਰਸ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਇੱਕ ਵਾਰ ਫਿਰ ਸੁਨਹਿਰੀ ਮੌਕਾ ਹੈਗਾ। ਔਰ ਸਭ ਤੋਂ ਵੱਡੀ ਗੱਲ ਕਿ ਗੈਪ ਜਿਹੜਾ ਜਿਹਾ ਉਹਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਗੈਪ ਅਸੈਪਟੇਬਲ ਹੈ। ਔਰ ਇਸ ਤੋਂ ਇਲਾਵਾ ਪੈਸੇ ਦੀ ਵੀ ਕੋਈ ਟੈਨਸ਼ਨ ਨਹੀਂ ਹੈ। ਪੈਸੇ ਦੀ ਰਿਸਪੌਂਸਿਬਿਲਿਟੀ ਜਿਹੜਾ ਜਿਹਾ ਉਹ ਸਾਈ ਓਵਰਸੀਜ਼ ਬੈਠਾ ਹੈ ਤੁਹਾਡੇ ਪਿੱਛੇ ਇਨਵੈਸਟ ਕਰਨ ਲਈ। ਤੁਹਾਨੂੰ ਆਪਣੇ ਪੈਸੇ ਖਰਚਣ ਦੀ ਵੀ ਲੋੜ ਨਹੀਂ ਹੈ, ਬਸ ਤੁਸੀਂ ਆਉਣਾ ਹੈ, ਆਪਣੇ ਡਾਕੂਮੈਂਟੇਸ਼ਨ ਜਿਹੜੀ ਹੈ ਲੈ ਕੇ ਆਣੀ ਹੈ, ਔਰ ਇੱਥੇ ਅਪਲਾਈ ਕਰਨ ਤੋਂ ਬਾਅਦ ਜਿਹੜਾ ਜਿਹਾ ਤੁਸੀਂ ਸਿਰਫ ਇੰਨਾ ਕਿ ਵੇਟ ਕਰਨਾ ਹੈ ਕਿ ਤੁਹਾਡਾ ਵੀਜ਼ਾ ਜਿਹੜਾ ਜਿਹਾ ਉਹ ਤੁਹਾਡੇ ਸਟੈਂਪ ਹੋ ਕੇ ਆ ਜਾਏ। ਔਰ ਸਭ ਤੋਂ ਵੱਡੀ ਜੇ ਉੱਥੇ ਜਾ ਕੇ ਹੁਣ ਜਿਹੜੀ ਗੱਲ ਕਰਦੇ ਕਿ ਸਾਈਪ੍ਰਸ ਨੂੰ ਕਿਉਂ ਪ੍ਰਮੋਟ ਕਰ ਰਹੇ ਆ, ਬਹੁਤ ਸਾਰੇ ਸਰ ਹੁਣ ਇਹੀ ਕਹਿਣ ਲੱਗ ਜਾਣਗੇ ਸ਼ੋਅ ਤੋਂ ਬਾਅਦ ਹੀ ਬਹੁਤ ਸਾਰੇ ਕਹਿੰਦੇ ਕਿ ਸਾਈਪ੍ਰਸ ਨੂੰ ਦੁਬਾਰਾ ਪ੍ਰਮੋਟ ਕਰਨ ਲੱਗੇ। ਲੇਕਿਨ ਹੁਣ ਤੁਸੀਂ ਇਹਦੇ ਥੋੜਾ ਜਿਹਾ ਹੋਰ ਦੱਸ ਦਿਓ ਕਿ ਵਾਕਿਆ ਹੀ 4-5 ਸਾਲਾਂ ਦੇ ਵਿੱਚ ਜਿਹੜਾ ਜੇ ਹੁਣ ਬੱਚਾ ਜਾਏਗਾ ਉਹ ਵੀ ਅੱਗੇ ਐਡਜਸਟ ਹੋ ਜਾਏਗਾ। ਡੈਫੀਨਿਟਲੀ ਰਿੱਕੀ ਸਰ, ਕਿ ਜੋ ਦੇਖੋ ਕਿ ਹਰ ਕੰਟਰੀਜ਼ ਦਾ ਸਿਨੈਰੀਓ, ਇਸ ਤੁਸੀਂ ਇਸ ਇੰਡਸਟਰੀ 'ਚ ਬਹੁਤ ਪੁਰਾਣੇ ਹੋ, ਆਈ ਨੋ ਕਿ 8-10 ਸਾਲ ਦਾ ਤੁਹਾਨੂੰ ਐਕਸਪੀਰੀਅੰਸ ਹੈ। ਸੋ ਤੁਸੀਂ ਖੁਦ ਦੇਖ ਲਓ ਕਿ ਪਹਿਲੇ ਆਸਟ੍ਰੇਲੀਆ ਸਟਾਰਟ ਹੋਇਆ। ਆਸਟ੍ਰੇਲੀਆ ਨੇ ਅਗਰ ਮੈਂ ਗੱਲ ਕਰਾਂ 2005, 6, 7, 8 ਵਿੱਚ ਬਹੁਤ ਵੀਜ਼ਾ ਦਿੱਤਾ। 8 ਤੋਂ ਬਾਅਦ ਫਿਰ ਉਹਨਾਂ ਨੇ ਰਿਫਿਊਜ਼ਲਸ ਦੇਣੀਆਂ ਸਟਾਰਟ ਕੀਤੀਆਂ। ਫਿਰ 2-3 ਸਾਲ ਟਾਈਟ ਕਰਤਾ ਜੀ, 2-3 ਸਾਲ ਬਹੁਤ ਟਾਈਟਨੈਸ ਰਹੀ। ਫਿਰ ਉਸ ਤੋਂ ਬਾਅਦ ਕੈਨੇਡਾ ਥੋੜਾ ਰਿਲੈਕਸ ਹੋ ਗਿਆ, ਕੈਨੇਡਾ ਦੇ ਵੀਜ਼ਾ ਬਹੁਤ ਆਣੇ ਸਟਾਰਟ ਹੋਏ। ਫਿਰ ਕੈਨੇਡਾ ਨੇ 2-3 ਸਾਲ ਬਹੁਤ ਅੱਛੇ ਵੀਜ਼ਾ ਦਿੱਤੇ, ਫਿਰ ਉੱਥੇ ਰਿਫਿਊਜ਼ਲਸ ਆਣੀਆਂ ਸਟਾਰਟ ਹੋ ਗਈਆਂ। ਫਿਰ ਯੂਕੇ ਸਟਾਰਟ ਹੋ ਗਿਆ, ਯੂਕੇ ਸਟਾਰਟ ਹੋਇਆ, ਯੂਕੇ ਨੇ 2-3 ਸਾਲ ਵੀਜ਼ਾ ਦਿੱਤਾ। ਸੋ ਇਹ ਕੰਟਰੀਜ਼ ਦਾ ਨਿਊਜ਼ੀਲੈਂਡ ਨੇ 2 ਸਾਲ ਜੀ ਮੈਂ ਉਹ ਸ਼ੋਰਟ ਥੋੜਾ ਗੱਲ ਕੰਪਲੀਟ ਕਰ ਰਿਹਾ ਸੀ। ਸੋ ਉਹਦੇ ਵਿੱਚ ਕੀ ਰਹਿੰਦਾ ਹੈ ਕਿ ਮੈਂ ਕੀ ਸਮਝਾਉਣਾ ਚਾਹ ਰਿਹਾ ਸੀ ਕਿ ਹਰ ਕੰਟਰੀ 2-3 ਸਾਲ ਵਾਸਤੇ ਆਪਣੇ ਵੀਜ਼ਾ ਬਹੁਤ ਈਜ਼ੀ ਓਪਨ ਕਰਦੀ ਹੈ। ਕਿ ਮੈਂ ਕਹਾਂਗਾ ਕਿ 100% ਜਿਹਨੂੰ ਅਸੀਂ ਕਹਿ ਸਕਦੇ ਹਾਂ ਸਕਸੈਸ ਰੇਟ ਜਿਹੜਾ 99.9% ਕਹਿ ਸਕਦੇ ਹਾਂ ਕਿ ਆਪਣੇ ਵੀਜ਼ਾ ਓਪਨ ਕਰ ਦਿੰਦੇ ਆ। ਸੋ ਉਹੀ ਸਿਨੈਰੀਓ ਹੁਣ ਸਾਈਪ੍ਰਸ ਦਾ, ਕਿ ਸਾਈਪ੍ਰਸ ਹੁਣ ਹੋ ਸਕਦਾ ਹੈ ਕਿ ਜੋ ਮੇਰੀ ਇੰਟੂਇਸ਼ਨ ਹੈ ਕਿ 1.5-2 ਸਾਲ ਦਾ ਬਹੁਤ ਅੱਛਾ ਚੱਲੇਗਾ, ਅਗਰ ਬਾਕੀ ਸਾਡੇ ਕੰਸਲਟੈਂਟਸ ਕੋਈ ਫੇਕ ਡਾਕੂਮੈਂਟ ਜਾਂ ਫੇਕ ਆਇਲਸ ਵਗੈरह ਇਸ ਨਹੀਂ ਲਗਾਉਂਦੇ ਦੈਨ ਫਿਰ 2 ਸਾਲ ਬਹੁਤ ਅੱਛਾ ਚੱਲੇਗਾ। ਸੋ ਹੁਣ ਕੀ ਹੈ ਕਿ ਅਕਤੂਬਰ ਇਨਟੇਕ ਹੈ। ਸੋ ਜਿੰਨੀ ਜਲਦੀ ਹੋ ਸਕਦਾ ਸੀਟਸ ਫਿਲ ਹੋ ਰਹੀਆਂ, ਕੋਈ ਜਿੰਨੇ ਕਾਲਜ ਨਾਲ ਸਾਡੀ ਗੱਲ ਹੋ ਰਹੀ ਹੈ ਉਹ ਕਹਿ ਰਹੇ ਕਿ ਸੀਟਸ ਸਾਡੀਆਂ ਬਹੁਤ ਜ਼ਿਆਦਾ ਜਲਦੀ ਫਿਲ ਹੋ ਰਹੀਆਂ। ਉਹਦੇ ਪਿੱਛੇ ਰੀਜ਼ਨ ਕੀ ਹੈ ਕਿ ਹੁਣ ਇੱਕ ਕੋਟਾ ਸਿਸਟਮ ਅਲੋਟ ਹੋਇਆ ਹਰ ਇੱਕ ਕਾਲਜ ਨੂੰ। ਮਤਲਬ ਹੁਣ ਸੀਟ ਜਿਹੜੀਆਂ ਨੇ ਉਹ ਲਿਮਿਟਿਡ ਹੈਗੀਆਂ ਨੇ, ਬਹੁਤ ਲਿਮਿਟਿਡ। 1 ਸਾਲ ਦੀਆਂ ਸੀਟਸ ਕਿਸੇ ਕਾਲਜ ਨੂੰ 130, ਕਿਸੇ ਨੂੰ 140, ਕਿਸੇ ਨੂੰ 150, ਔਰ ਸਾਲ ਦੇ ਵਿੱਚ 3 ਇਨਟੇਕ ਹੈ। ਯਾਨੀ ਕਿ ਇੱਕ ਇਨਟੇਕ ਦੇ ਵਿੱਚ ਜਿਹੜੀ ਤੁਹਾਨੂੰ ਸੀਟਸ ਮਿਲੀਆਂ ਨੇ ਉਹ ਨੀਅਰ ਅਬਾਊਟ 35 to 40s ਨੇ ਓਨਲੀ, ਸਿਰਫ ਓਨਲੀ। ਅਗਰ ਹੁਣ ਮੈਂ ਆਪਣੀ ਗੱਲ ਕਰਾਂ ਕੰਪਨੀ ਦੀ, ਸਾਡੇ ਕੋਲ 6 to 7 ਕਾਲਜ ਦੇ ਨਾਲ ਟਾਈ ਅਪ ਹੈ, ਲੇਕਿਨ ਤਦ ਵੀ ਮੈਕਸਿਮਮ ਅਸੀਂ 180 to 200 ਬੱਚੇ ਹੀ ਸਿਰਫ ਪ੍ਰਮੋਟ ਕਰ ਪਾਵਾਂਗੇ। ਸੋ ਜਿੰਨੀ ਜਲਦੀ ਤੁਸੀਂ ਹੋ ਸਕਦਾ ਹੈ, ਅਗਰ ਤੁਹਾਡੀ ਗੈਪ ਸਟੱਡੀ ਦੇ ਵਿੱਚ ਗੈਪ ਬਹੁਤ ਜ਼ਿਆਦਾ, ਤੁਹਾਡੇ ਇੰਗਲਿਸ਼ ਦੇ ਵਿੱਚ 50% ਮਾਰਕਸ ਹੈ, ਦੈਨ ਤੁਸੀਂ ਐਲੀਜੀਬਲ ਹੋ। ਤੁਸੀਂ ਕੁਝ ਨਹੀਂ ਕਰਨਾ, ਸਿਰਫ ਆਪਣੇ ਓਰੀਜਨਲ ਡਾਕੂਮੈਂਟ, ਆਪਣਾ ਪਾਸਪੋਰਟ ਲੈ ਕੇ ਸਾਈ ਓਵਰਸੀਜ਼ ਵਿਜ਼ਿਟ ਕਰਨਾ ਹੈ, ਔਰ ਸਾਈਪ੍ਰਸ ਜਾਣ ਦੀ ਤੁਸੀਂ ਪੇਮੈਂਟ ਸਾਰੀ ਦੇਣੀ ਹੈ ਵੀਜ਼ਾ ਲੱਗਣ ਤੋਂ ਬਾਅਦ। ਔਰ ਬੈਨੀਫਿਟ ਕੀ ਹੈ? ਬੈਨੀਫਿਟ ਤੁਹਾਨੂੰ 20 ਆਵਰ ਲੀਗਲੀ ਵਰਕ ਮਿਲਣਗੇ ਸਾਈਪ੍ਰਸ ਵਿੱਚ। ਸੈਟਰਡੇ ਸੰਡੇ ਤੁਹਾਨੂੰ ਫੁੱਲ ਟਾਈਮ ਹੈ, ਔਰ ਯੂਰੋ ਤੇ ਕਰੰਸੀ ਜਿਹੜੀ ਹੈ ਯੂਰੋ ਹੈ। ਸੋ ਉਹਦਾ ਯੂਰੋ ਦਾ ਰੇਟ ਤੁਸੀਂ ਖੁਦ ਦੇਖ ਸਕਦੇ ਹੋ, ਨੀਅਰ ਅਬਾਊਟ 85 ਦੇ ਨੀਅਰ ਅਬਾਊਟ ਹੈ। ਸੋ ਉਹਦੇ ਵਿੱਚ ਤੁਹਾਨੂੰ ਅਰਨਿੰਗ ਬਹੁਤ ਅੱਛੀ ਹੈ। ਪਾਰਟ ਟਾਈਮ ਜਿਹੜਾ ਬੱਚਾ ਸੋਚ ਰਿਹਾ ਕਿ ਇੱਥੇ ਮੈਂ 10, 15, 20 ਹਜ਼ਾਰ, 25 ਹਜ਼ਾਰ ਕਮਾ ਰਿਹਾ, ਸੋ ਉਹਨਾਂ ਵਾਸਤੇ ਬਹੁਤ ਅੱਛੀ ਆਪਸ਼ਨ ਹੈ। ਤੁਸੀਂ 50, 60, 70 ਹਜ਼ਾਰ ਰੁਪਏ ਡੂਇੰਗ ਸਟੱਡੀ ਬਹੁਤ ਈਜ਼ੀਲੀ ਉੱਥੇ ਅਰਨ ਕਰ ਸਕਦੇ ਹੋ। ਸੋ ਬਹੁਤ ਈਜ਼ੀ ਹੈ। ਜੌਬਸ ਦੀ ਓਪਰਚੁਨਿਟੀਜ਼ ਬਹੁਤ ਜ਼ਿਆਦਾ ਉੱਥੇ, ਹੋਟਲ ਇੰਡਸਟਰੀ ਦੇ ਵਿੱਚ ਜੌਬਸ ਕਾਫੀ ਬੇਸ਼ੁਮਾਰ ਨੇ। ਸੋ ਦਿੱਕਤ ਕਿਸੇ ਚੀਜ਼ ਦੀ ਨਹੀਂ ਹੈ, ਸਿਰਫ ਤੁਸੀਂ ਆਪਣਾ ਜਾਣ ਦਾ, ਅਗਰ ਤੁਹਾਡਾ ਮਾਈਂਡ ਪ੍ਰੋਪਰ ਹੈ ਕਿ ਮੈਂ ਜਾਣਾ ਹੈ, ਉਹ ਲਿਮਿਟਿਡ ਸੀਟਸ ਹੈ। ਮੈਂ ਜ਼ਰੂਰ ਇਹ ਚੀਜ਼ ਕਹਾਂਗਾ ਕਿ ਜਿਹਦਾ ਮਾਈਂਡ ਪ੍ਰੋਪਰ ਹੈਗਾ ਕਿ ਮੈਂ 100% ਜਾਣਾ, ਉਹੀ ਬੱਚਾ ਅਪਲਾਈ ਕਰੇ। ਬਿਲਕੁਲ। ਦੇਖੋ ਹਰ ਜਿਹੜੇ ਸ਼ੋਅ ਦੇ ਵਿੱਚ ਆਪਾਂ ਕਹਿੰਦੇ ਹੁੰਦੇ ਆ ਕਿ ਅਗਰ ਤੁਹਾਡੇ ਕੋਲ ਪੈਸੇ ਰੈਡੀ ਹੈ ਔਰ ਡਾਕੂਮੈਂਟ ਰੈਡੀ ਹੈ, ਤੁਸੀਂ ਆ ਜਾਓ। ਲੇਕਿਨ ਇੱਥੇ ਸਿਰਫ ਇੱਕ ਗੱਲ ਕਹਾਂਗੇ, ਜੇ ਡਾਕੂਮੈਂਟ ਰੈਡੀ ਹੈ ਔਰ ਤੁਹਾਡਾ ਮਨ ਹੈਗਾ ਜਾਣ ਦਾ, ਸਾਈਪ੍ਰਸ ਜਾਣ ਦਾ, ਤਾਂ ਪੈਸੇ ਦੀ ਟੈਨਸ਼ਨ ਨਹੀਂ ਲੈਣੀ, ਕਿਉਂਕਿ ਪੈਸੇ ਲਈ ਸਾਈ ਓਵਰਸੀਜ਼ ਵੈਕੈਂਟ ਦੇ ਵਿੱਚ ਬੈਠਾ ਹੈ ਤੁਹਾਡੀ ਹੈਲਪ ਕਰਨ ਲਈ। ਜਦੋਂ ਵੀਜ਼ਾ ਆਏਗਾ, ਵੀਜ਼ਾ ਲੱਗਣ ਤੋਂ ਬਾਅਦ ਹੀ ਤੁਸੀਂ ਪੈਸੇ ਦੇਣੇ ਆ। ਅੱਜ ਦੇ ਸ਼ੋਅ ਵਿੱਚ ਇੰਨਾ ਹੀ, ਕਿਉਂਕਿ ਟਾਈਮ ਜਿਹੜਾ ਜਿਹਾ ਇਸ ਤੋਂ ਬਾਅਦ ਇਜਾਜ਼ਤ ਨਹੀਂ ਦਿੰਦਾ, ਕਿਉਂਕਿ ਆਪਾਂ ਲਾਸਟ ਕੋਸ਼ਿਸ਼ ਕਰੀਦੀ ਹੈ ਕਿ ਤੁਹਾਨੂੰ ਉਹਨਾਂ ਬੱਚਿਆਂ ਨਾਲ ਵੀ ਮਿਲਾਈਏ ਔਰ ਉਹਨਾਂ ਦੀ ਗੱਲਬਾਤ ਜਿਹੜੀ ਹੈ ਤੁਹਾਨੂੰ ਦਿਖਾਈਏ, ਜਿਨ੍ਹਾਂ ਦੇ ਵੀਜ਼ਾ ਲੇਟੈਸਟ ਆਏ ਹੁੰਦੇ। ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਣ ਦੀ। ਧੰਨਵਾਦ। ਥੈਂਕ ਯੂ ਰਿੱਕੀ ਸਰ, ਕਿ ਤੁਹਾਡੀ ਟੀਮ ਦਾ ਔਰ ਤੁਹਾਡਾ ਦਿਲੋਂ ਥੈਂਕਸ ਕਰਨਾ ਜਦੋਂ ਕੰਟੀਨਿਊਸਲੀ ਤੁਸੀਂ ਮੈਨੂੰ ਕਾਫੀ ਈਅਰਸ ਤੋਂ ਇਨਵਾਈਟ ਕਰ ਰਹੇ ਹੋ। ਥੈਂਕ ਯੂ ਵੈਰੀ ਮਚ। My name is Diljit Kaur and I'm from village Koltham, which is nearby Fagwara, and I got my visa
within 1 week and without interview. And I suggest to my all friends and relatives to visit to Sai Overseas because I love all services and everything of the staff. So thank you. ਮੇਰਾ ਨਾਮ ਗੁਰਵਿੰਦਰ ਸਿੰਘ ਆ, ਮੈਂ ਫਗਵਾੜਾ ਦਾ ਰਹਿਣ ਵਾਲਾ ਹਾਂ। ਮੈਨੂੰ ਸਾਈ ਓਵਰਸੀਜ਼ ਬਾਰੇ ਇੰਸਟਾਗ੍ਰਾਮ ਤੋਂ ਪਤਾ ਲੱਗਾ ਸੀਗਾ ਤੇ ਫਿਰ ਅਸੀਂ ਇੱਥੇ ਵਿਜ਼ਿਟ ਕੀਤਾ ਤੇ ਪਹਿਲਾਂ ਮੇਰੇ ਸਪਾਊਸ ਦਾ ਵੀਜ਼ਾ ਆਇਆ ਸੀਗਾ, ਉਸ ਤੋਂ 2 ਦਿਨ ਬਾਅਦ ਮੇਰਾ ਆਇਆ ਤੇ ਹੁਣ ਇਕੱਠੇ ਅਸੀਂ ਜਾਵਾਂਗੇ। ਜਿਨ੍ਹਾਂ ਨੇ ਵੀ ਯੂਕੇ ਦਾ ਅਪਲਾਈ ਕਰਨਾ ਤਾਂ ਸਾਈ ਓਵਰਸੀਜ਼ ਬਾਰੇ ਇੱਥੋਂ ਕਰੋ। My name is Simran. I'm from Nangal Chivan and my friend tell me about Sai Overseas. After visiting there, I am very happy because their services and they provide me fantastic services and I got my visa only in 7 days and I got my visa without interview, embassy interview, and I'm so happy about their services. Thank you so much. ਮੇਰਾ ਨਾਮ ਪ੍ਰਵਿੰਦਰ ਕੌਰ, ਮੇਰੇ ਹਸਬੰਡ ਰੁਪਿੰਦਰ ਸਿੰਘ। ਅਸੀਂ ਮੋਗਾ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹਾਂ। ਅਸੀਂ ਫੇਸਬੁੱਕ ਦੇ ਥਰੂ ਸਾਈ ਓਵਰਸੀਜ਼ ਵਿਜ਼ਿਟ ਕੀਤਾ ਸੀ। ਅਸੀਂ ਇੱਥੋਂ ਯੂਕੇ ਵੀਜ਼ਾ ਲਈ ਅਪਲਾਈ ਕੀਤਾ ਅਤੇ ਅਸੀਂ ਦੋਵਾਂ ਨੇ ਇਕੱਠਿਆਂ ਨੇ ਯੂਕੇ ਵੀਜ਼ਾ ਪ੍ਰਾਪਤ ਕੀਤਾ ਥਰੂ ਸਾਈ ਓਵਰਸੀਜ਼ ਤੇ ਵਿਦਿਨ 5 ਡੇਜ਼ ਵਿਦਆਊਟ ਐਮਬੈਸੀ ਇੰਟਰਵਿਊ। ਸੋ ਮੈਂ ਥੈਂਕਸ ਕਰਨਾ ਚਾਹੂੰਗੀ ਸਾਈ ਓਵਰਸੀਜ਼ ਦੀ ਟੀਮ ਦਾ ਤੇ ਮੈਂ ਆਪਣੇ ਫਰੈਂਡਸ ਨੂੰ ਰეკਮੈਂਡ ਕਰੂੰਗੀ ਕਿ ਉਹ ਵੀ ਜੇਕਰ ਬਾਹਰ ਜਾਣਾ ਚਾਹੁੰਦੇ ਨੇ ਤਾਂ ਇੱਕ ਵਾਰ ਸਾਈ ਓਵਰਸੀਜ਼ ਜ਼ਰੂਰ ਵਿਜ਼ਿਟ ਕਰਨ। ਥੈਂਕ ਯੂ ਸਾਈ ਓਵਰਸੀਜ਼। My name is Amandeep Kaur. I applied for UK spouse visa and within 7 working days I got my visa. Now I recommend everyone to pay their visit at Sai Overseas for getting best experience. And also I got my visa without any embassy interview. Once again, thank you Sai Overseas. Hello everyone, my name is Paramjit Kaur and my spouse name is Lakhvinder Singh. We belong to Shahpur district and we know about Sai Overseas services through my relatives. And after then I applied for my spouse visa and we got our visa within 5 days without any embassy interview. And I recommend all my friends and relatives, please once visit here if you want to study in UK. Hi, my name is Shubhadeep Das. I'm from Kolkata, but right now I'm living in Amritsar. My sister who recommended me to come here in this organization. Some times ago my brother also came here and got the visa from this organization to Singapore. Now on her behalf I'm coming here and got my visa within few days. Such a nice accommodation and good staffs with good communication skills and very attractive presentations. Thank you Sai Overseas, I'm very lucky. Hello, my name is Manpreet Kaur. I am from Jandiala Guru, Amritsar. I came to know about Sai Overseas via a common friend. The counselling given by Sai Overseas was very excellent. Especially I would like to talk about Urmila ma'am who lodged our file and we got positive result. I would also recommend to all my relatives and friends to once visit Sai Overseas. The result given by Sai Overseas is always positive. ਮੇਰਾ ਨਾਮ ਜਸਪ੍ਰੀਤ ਕੌਰ ਹੈ ਤੇ ਮੇਰੇ ਸਪਾਊਸ ਦਾ ਨਾਮ ਹੈ ਮਨਦੀਪ ਸਿੰਘ। ਅਸੀਂ ਦੋਨਾਂ ਦਾ ਆਪਣਾ ਸਪਾਊਸ ਕੇਸ ਸਾਈ ਓਵਰਸੀਜ਼ ਤੋਂ ਅਪਲਾਈ ਕੀਤਾ ਸੀ ਫॉर ਯੂਕੇ ਐਂਡ ਮੇਰੇ ਰਿਲੇਟਿਵਸ ਤੋਂ ਮੈਨੂੰ ਸਾਈ ਓਵਰਸੀਜ਼ ਬਾਰੇ ਪਤਾ ਲੱਗਾ ਤੇ ਮੈਂ ਇੱਥੋਂ ਆਪਣੀ ਫਾਈਲ ਲਗਵਾਈ ਤੇ ਮੇਰਾ ਵੀਜ਼ਾ ਵਿਦਿਨ ਵੀਕ ਮੈਂ ਰਿਸੀਵ ਕਰ ਲਿਆ। ਮੈਂ ਸਾਈ ਓਵਰਸੀਜ਼ ਦੀ ਸਰਵਿਸਿਜ਼ ਤੋਂ ਬਹੁਤ ਖੁਸ਼ ਹਾਂ। ਮੈਂ ਚਾਹੁੰਦੀ ਹਾਂ ਕਿ ਹੋਰ ਮੇਰੇ ਫਰੈਂਡਸ ਰਿਲੇਟਿਵਸ ਜੋ ਵੀ ਆਪਣਾ ਯੂਕੇ ਦਾ ਸਪਾਊਸ ਕੇਸ ਅਪਲਾਈ ਕਰਨਾ ਚਾਹੁੰਦੇ ਉਹ ਸਾਈ ਓਵਰਸੀਜ਼ ਔਨ ਅਤੇ ਇੱਥੋਂ ਆਪਣਾ ਵੀਜ਼ਾ ਰਿਸੀਵ ਕਰਨ। My name is Lavdeep Singh. I am from Bhilai, Chhattisgarh, and I know about Sai Overseas through Instagram, and I visit here and they solve all my doubts and queries. I got my visa within 10 days and I highly recommend all my friends to please visit here. My name is Pranka Harsh. I belong from Jalandhar. So I applied my UK study visa from Sai Overseas and I came to know about the Sai Overseas from Instagram. Then I applied my visa from here. So within 7 days I got my visa and I applied without IELTS. So I strongly recommend to all friends and family members kindly visit Sai Overseas for the best services. Thank you so much Sai Overseas for this visa. Thank you.